ਕੀ ਹੋ ਰਿਹਾ ਔਜਲਾ ਸਾਹਿਬ? ਕਾਂਗਰਸ ਕਹਿੰਦੇ ਮਾਰਤੀ, ਕਿੰਨੇ ਮਾਰੀ ਆ ਕਾਂਗਰਸ? ਸਿੱਧੂ ਸਾਹਿਬ ਨੇ ਕੀਤਾ ਆ, ਉਹ ਜੱਗ ਜਾ ਰਹੇ, ਉਹ 'ਚ ਕੋਈ ਦੂਰ ਹੈ ਨਹੀਂ। ਸਟੇਜਾਂ ਦੇ ਉੱਤੋਂ ਜਿਸ ਤਰੀਕੇ ਦੇ ਨਾਲ ਜਿਹੜੀ ਭਾਸ਼ਾ ਵਰਤਦੇ ਰਹੇ ਆ, ਜਿਸ ਹੰਕਾਰ ਦਾ ਰੂਪ ਉਹਨਾਂ 'ਚ ਦਿਖਦਾ ਰਿਹਾ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਅਪਸ਼ਬਦ ਬੋਲੇ ਨੇ ਹਰ ਬੰਦੇ ਨੂੰ, ਈਵਨ ਕਿ ਮੀਡੀਆ ਤੋਂ ਲੈ ਕੇ ਤੇ ਲੀਡਰ ਸਾਹਿਬਾਨ ਤੱਕ, ਆਪਣੀ ਪਾਰਟੀ ਦੇ ਲੀਡਰਾਂ ਨੂੰ ਵੀ, ਓਪੋਜੀਸ਼ਨ ਪਾਰਟੀ ਦੇ ਲੀਡਰਾਂ ਨੂੰ ਵੀ, ਉਹ ਕਿਤੇ ਨਾ ਕਿਤੇ ਲੋਕਾਂ ਦੇ ਮਨ ਦੇ ਵਿੱਚ ਅਸਰ ਕੀਤਾ। ਹੰਕਾਰ ਹੀ ਇੰਨਾ ਜ਼ਿਆਦਾ ਸੀ, ਉਹਨਾਂ ਨੂੰ ਇਹ ਸੀ ਲੱਗਦਾ ਕਿ ਕਦੇ ਮੈਂ ਪਾਰਟੀ ਦੇ ਉੱਤੇ ਆ, ਪਾਰਟੀ ਦੀ ਆਈਡੀਓਲੋਜੀ ਦੇ ਉੱਤੇ ਆ, ਮੇਰੇ ਨਾਲ ਹੀ ਸਾਰਾ ਕੁਝ ਚੱਲਣਾ ਹੈ। ਪਰ ਕਈ ਵਾਰੀ ਲੋਕ ਕਿਸੇ ਵਾਸਤੇ ਸੋਚਦੇ ਆ ਤੇ ਕਈ ਵਾਰੀ ਉਹਦੇ ਨਾਲ ਆਪਣੇ ਨਾਲ ਵੀ ਇਹ ਚੀਜ਼ ਹੋ ਜਾਂਦੀ ਹੈ। ਕਿਉਂ ਕੀਤਾ ਨਵਜੋਤ ਸਿੱਧੂ ਹੁਣਾਂ ਨੇ ਕਾਂਗਰਸ? ਮੈਂ ਤੇ ਮੇਰਾ ਮੰਨਣਾ ਹੈ ਕਿ ਉਹਨਾਂ ਦੀ ਇੱਕ ਬੜੀ ਵੱਡੀ ਲਾਲਸਾ ਹੈ ਕਿ ਮੈਂ ਮਤਲਬ ਪੰਜਾਬ ਦਾ ਸੀਐਮ ਬਣ ਜਾ। ਜ਼ਿੰਮੇਵਾਰੀ ਨਹੀਂ ਲਈ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਪ੍ਰਧਾਨ ਹੋਣ ਦੇ ਨਾਤੇ। ਇਸ ਹਾਰ ਦੀ ਜ਼ਿੰਮੇਵਾਰੀ ਕਿਹਦੀ ਬਣਦੀ ਹੈ? ਲੈਣੀ ਚਾਹੀਦੀ ਸੀ ਜ਼ਿੰਮੇਵਾਰੀ? ਤੇ ਨੈਤਿਕਤਾ ਹੁੰਦੀ, ਜਿਹਦੇ ਕੋਲ ਨੈਤਿਕਤਾ ਹੋਊਗੀ ਜ਼ਰੂਰ ਲਊਗਾ। ਕੁਝ ਗਲਤੀਆਂ ਜਿਹੜੀਆਂ ਮੁਖੀ ਬੰਦਿਆਂ ਨੂੰ ਨਹੀਂ ਸੀ ਕਰਨੀਆਂ ਚਾਹੀਦੀਆਂ, ਇਨ ਫਾਈਟਿੰਗ ਸੀ ਜਿਹੜੀ, ਉਹਦਾ ਨੁਕਸਾਨ ਜਿਹੜਾ ਸਾਡੇ ਕਾਂਗਰਸ ਨੂੰ ਹੋਇਆ ਵਾ। ਹੁਣ ਸਿੱਧੂ ਸਾਹਿਬ ਦੀ ਜ਼ਿੰਮੇਵਾਰੀ ਸੀ, ਪ੍ਰਧਾਨ ਸਨ ਜਾਦੇ, ਹੈਲੀਕਾਪਟਰ ਖੜੇ ਰਹੇ, ਕਿਹਾ ਗਿਆ ਕਿ ਤੁਸੀਂ ਜਾਓ, ਪਰ ਉਹ ਆਪਣੇ ਹਲਕੇ 'ਚ ਖੈਰ ਫਸੇ ਵੀ ਬੜੀ ਬੁਰੀ ਤਰ੍ਹਾਂ ਸੀ, ਕਿਉਂਕਿ ਆਪ ਕਦੀ ਗਏ ਨਹੀਂ ਸੀ ਹਲਕੇ ਦੇ ਵਿੱਚ। ਘੱਟ ਜਾਣ ਕਰਕੇ, ਮਾੜਾ ਬੋਲਣ ਕਰਕੇ ਵਰਕਰ ਜਿਹੜਾ ਉਹ ਦੂਰ ਸੀ, ਪਰੇਸ਼ਾਨ ਸੀ। ਸੋ ਉਹਨਾਂ ਨੂੰ ਉਹਨੂੰ ਮਨਾਉਣ ਤੇ ਬਹੁਤ ਟਾਈਮ ਲੱਗਾ। ਜੇ ਵਿਕਰਮ ਮਜੀਠੀਆ ਨਾ ਆਉਂਦੇ ਹਲਕੇ ਦੇ ਵਿੱਚ, ਫਿਰ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਜਿੱਤ ਜਾਣਾ ਸੀ? ਇਹ ਤੋਂ ਵੱਡੀ ਲੀਡ ਨਾ ਹਰਨਾ ਸੀ। ਦੇਣਗੇ ਅਸਤੀਫਾ ਜਾਂ ਦੇਣਾ ਚਾਹੀਦਾ? ਦੇਖੋ, ਮੈਂ ਤੇ ਕਹਿੰਦਾ ਇਹ ਚੀਜ਼ਾਂ ਤੇ ਤੈਅ ਕਰਨੀਆਂ ਚਾਹੀਦੀਆਂ। ਜੇ ਇਹ ਨਹੀਂ ਤੈਅ ਕਰਦੇ ਫਿਰ ਪਾਰਟੀ ਤੈਅ ਕਰੇ। ਤੇ ਮਾਡਲ ਨੂੰ ਰਿਜੈਕਟ ਕਿਉਂ ਕਰਤਾ ਲੋਕਾਂ ਨੇ? ਪੰਜਾਬ ਮਾਡਲ ਦੀ ਬਹੁਤ ਗੱਲ ਕਰਦੇ ਹੁੰਦੇ ਸੀ। ਪੰਜਾਬ ਮਾਡਲ ਦੀ ਗੱਲ ਕਰਨ ਵਾਲਾ ਉਹ ਬੰਦਾ ਜਿਹਨੂੰ ਲੋਕ ਸੁਣਦੇ ਹੋਣ, ਇੰਨਾ ਥੱਲੇ ਆ ਗਿਆ। ਦੂਜੀ ਆਪਣੀ ਕੌਂਸਟੀਚੁਐਂਸੀ ਦੀ ਵੱਡੇ ਲੀਡਰ ਨੇ, ਪੰਜਾਬ ਦੇ ਵੀ ਵੱਡੇ ਲੀਡਰ ਨੇ ਸਿੱਧੂ ਸਾਹਿਬ, ਅੰਮ੍ਰਿਤਸਰ ਦੇ ਵੀ ਵੱਡੇ ਲੀਡਰ ਨੇ, ਔਰ ਆਪਣੇ ਹਲਕੇ ਦੇ ਵਿੱਚ ਜਿਹੜੇ ਕੰਮ ਹੋਏ ਸੀ ਘੱਟੋ ਘੱਟ ਉਹ ਹੀ ਦਿਖ ਜਾਂਦੇ, ਉਹਦਾ ਮਾਡਲ ਹੀ ਦਿਖਾ ਦਿੰਦੇ। ਏਡੇ ਵੱਡੇ ਲੀਡਰ ਜਿਹੜੇ ਆ, ਉਹਨਾਂ ਦੇ ਹਲਕੇ 'ਚ ਸਾਰਾ ਕੁਝ ਹੀ ਚੱਲੇ ਸ਼ਰਿਆ, ਜੜਾ ਸੱਟਾ ਵੀ ਹੋਵੇ, ਚਿੱਟਾ ਵੀ ਚੱਲੇ, ਲਕੋਲ ਵੀ ਵਿਕੇ। ਤੇ ਆਪਸ ਦੇ ਵਿੱਚ ਟਿਊਨਿੰਗ ਕਿਉਂ ਨਹੀਂ ਬਿਠਾ ਪਾਏ? ਕਿਉਂਕਿ ਕਹਿੰਦੇ ਕਿ ਸੀਐਮ ਫੇਸ ਬਣਨਾ ਚਾਹੁੰਦੇ ਸੀ ਨਵਜੋਤ ਸਿੰਘ ਸਿੱਧੂ, ਪਰ ਇਹ ਟਿਊਨਿੰਗ ਹਾਈ ਕਮਾਂਡ ਕਿਉਂ ਨਹੀਂ ਬਿਠਵਾ ਪਾਈ? ਫਿਰ ਆਪਸ ਵਿੱਚ ਟਿਊਨਿੰਗ ਬੈਠ ਜਾਂਦੇ, ਸਭ ਠੀਕ ਠਾਕ ਹੋ ਜਾਂਦਾ। ਫਿਰ ਹਾਈ ਕਮਾਂਡ ਨੇ ਦੋ ਲੀਡਰ ਸੀ, ਦੋਵਾਂ ਨੂੰ ਮੌਕਾ ਦਿੱਤਾ ਕਿ ਤੁਸੀਂ ਚਲੋ ਤੁਸੀਂ ਪ੍ਰਧਾਨ ਬਣ ਜਾਓ, ਤੁਸੀਂ ਇਹ ਬਣ ਜਾਓ। ਟਿਊਨਿੰਗ ਤੇ ਲਾਲਸਾ, ਹੰਕਾਰ, ਲਾਲਚ ਬਹੁਤ ਜ਼ਿਆਦਾ ਕਿ ਮੇਰੇ ਤੋਂ ਇਲਾਵਾ ਇਹ ਕੁਝ ਹੋ ਹੀ ਨਹੀਂ ਸਕਦਾ, ਮੈਂ ਹੀ ਸਾਰਾ ਕੁਝ ਕਰ ਸਕਦਾ। ਨਵਜੋਤ ਸਿੱਧੂ ਕਹਿੰਦੇ ਸੀ ਕਿ ਮੰਜਾ ਲਾ ਦੇਣਾ, ਬਿਸਤਰਾ ਉੱਥੇ ਲੱਗਣਾ। ਕਹਿੰਦੇ ਕਿੱਥੇ ਹੈ ਮੰਜਾ? ਮੰਜਾ ਤਾਂ ਕਹਿੰਦੇ ਸਾਨੂੰ ਕਦੇ ਨਜ਼ਰ ਹੀ ਨਹੀਂ ਆਇਆ। ਕਹਿੰਦੇ ਯਾਰ ਗੱਲਾਂ ਨਾਲ ਤੇ ਬਹੁਤ ਕੁਝ ਹੋਇਆ, ਗੱਲਾਂ ਦਾ ਕੜਾਹ ਤੁਸੀਂ ਜਿੰਨਾ ਮਰਜ਼ੀ ਤੁਸੀਂ ਬਣਾ ਲਓ, ਉਹਦੇ ਨਾਲ ਥੋੜਾ ਨਾ ਢਿੱਡ ਭਰਦਾ। ਇਸ ਲਈ ਇਹ ਲੋਕ ਧਰਤੀ ਤੇ ਵੇਖਣਾ ਚਾਹੁੰਦੇ ਕਿ ਤੁਸੀਂ ਕੀ ਕੀਤਾ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਵਿਕਰਮ ਸਿੰਘ। ਹਾਰਨ ਤੋਂ ਬਾਅਦ ਕਾਂਗਰਸ ਦੇ ਵਿੱਚ ਖਲਾਰੇ ਪਏ ਹੋਏ ਨੇ ਔਰ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨਵੇਂ ਸੀਐਮ ਬਣ ਗਏ ਪੰਜਾਬ ਦੇ। ਕਾਂਗਰਸ ਕਹਿ ਰਹੀ ਹੈ ਕਿ ਆਹ ਕਾਰਨ ਰਹੇ ਨਵਜੋਤ ਸਿੰਘ ਸਿੱਧੂ ਦੇ ਸਿਰ ਭਾਂਡਾ ਭੰਨਿਆ ਜਾ ਰਿਹਾ। ਸੁਖੀ ਰੰਧਾਵਾ ਨੇ ਸਵਾਲ ਚੁੱਕਤੇ, ਸੁਨੀਲ ਜਾਖੜ ਵੀ ਸਿੱਧੇ ਹੋ ਗਏ ਔਰ ਸੁਰਜੀਤ ਮਾਨ ਨੇ ਤਾਂ ਚਰਨਜੀਤ ਸਿੰਘ ਚੰਨੀ ਨੂੰ ਸੰਗਲੀ ਵਾਲਾ ਬਾਂਦਰ ਕਹਿ ਦਿੱਤਾ। ਗੁਰਜੀਤ ਸਿੰਘ ਔਜਲਾ ਸਾਡੇ ਨਾਲ ਨੇ, ਕਾਂਗਰਸੀ ਐਮਪੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ। ਔਜਲਾ ਸਾਹਿਬ ਸਵਾਗਤ ਹੈ ਪ੍ਰੋ ਪੰਜਾਬ ਟੀਵੀ। ਸ਼ੁਕਰੀਆ ਜੀ। ਕੀ ਹੋ ਰਿਹਾ ਔਜਲਾ ਸਾਹਿਬ? ਕਾਂਗਰਸ ਕਹਿੰਦੇ ਮਾਰਤੀ, ਕਿੰਨੇ ਮਾਰੀ ਆ ਕਾਂਗਰਸ? ਦੇਖੋ, ਕਾਂਗਰਸ ਤੇ ਜਿੱਦਾਂ ਪੰਜਾਬ ਦੇ ਵਿੱਚ ਜਿਹੜਾ ਫੈਸਲਾ ਆਇਆ, ਉਹ ਤੇ ਲੋਕਾਂ ਨੇ ਬੜੇ ਭਾਰੀ ਬਹੁਮਤ ਦੇ ਨਾਲ ਆਮ ਆਦਮੀ ਪਾਰਟੀ ਨੂੰ ਜਿਤਾਇਆ। ਤੇ ਕੁਦਰਤੀ ਗੱਲ ਹੈ, ਬੜੀ ਭਾਰੀ ਬਹੁਮਤ ਨਾਲ 2017 'ਚ ਜਿਤਾਇਆ ਸੀ। ਔਰ ਜਦੋਂ ਅਸੀਂ ਪਾਰਟੀਆਂ ਜਿੱਤਦੀਆਂ ਨੇ, ਲੋਕ ਹਿੱਤਾਂ ਦੇ ਕੰਮ ਕਰਾਂਗੇ, ਲੋਕਾਂ ਦੀ ਇੱਛਾ ਦੇ ਖਰੇ ਉਤਰਾਂਗੇ ਤੇ ਦੁਬਾਰਾ ਪਾਰਟੀਆਂ ਤੁਹਾਨੂੰ ਮੌਕਾ ਦਿੰਦੀਆਂ ਨੇ। ਉਹ ਸਾਡੇ ਕੋਲ ਕਤਾਈਆਂ ਜਿਹੜੀਆਂ ਤੇ ਇੱਕ ਸਰਕਾਰ ਦੇ ਪੱਧਰ ਤੇ ਹੋਈਆਂ ਨੇ, ਜਥੇਬੰਦਕ ਢਾਂਚੇ ਦੇ ਪੱਧਰ ਤੇ ਵੀ ਬਹੁਤ ਕਤਾਈਆਂ ਹੋਈਆਂ ਨੇ। ਸੋ ਸਾਰੀਆਂ ਚੀਜ਼ਾਂ ਨਾਲ ਮਤਲਬ ਅੱਜ ਹਾਰ ਦਾ ਮੂੰਹ ਦੇਖਣਾ ਪਿਆ ਔਰ ਲੋਕਾਂ ਨੇ ਫਤਵਾ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਦਿੱਤਾ ਹੈ। ਜ਼ਿੰਮੇਦਾਰ ਕੌਣ ਹੈ? ਕੋਈ ਬੰਦੇ ਜ਼ਿੰਮੇਦਾਰ ਕਿਹੜੇ ਨੇ? ਜ਼ਿੰਮੇਦਾਰ ਦੇਖੋ, ਇਹ ਤੇ ਇੱਕ ਨਾ ਕਾਫੀ ਲੰਬਾ ਜਿਹਾ ਕੰਮ ਹੈ। ਤੁਸੀਂ ਦੇਖੋਗੇ ਧਿਆਨ ਨਾਲ, ਜਦੋਂ 17 'ਚ ਫਤਵਾ ਮਿਲਿਆ ਸੀ ਤੇ ਬੜੀ ਭਾਰੀ ਬਹੁਮਤ ਨਾਲ ਕੈਪਟਨ ਸਾਹਿਬ ਨੇ ਲੀਡ ਕਰਨਾ ਸ਼ੁਰੂ ਕੀਤਾ ਸੀ। ਡਰੱਗ ਦਾ ਵੱਡਾ ਇਸ਼ੂ ਸੀ, ਲਾਅ ਐਂਡ ਆਰਡਰ ਦਾ ਵੱਡਾ ਇਸ਼ੂ ਸੀ, ਫਿਰ ਬੇਰੁਜ਼ਗਾਰੀ ਸੀ, ਕਿਸਾਨ ਮੰਡੀਆਂ 'ਚ ਰੁਲਦਾ ਸੀ ਔਰ ਕਾਫੀ ਜਿਹੜੇ ਚੋਣ ਮੈਨੀਫੈਸਟੋ ਸੀ ਉਹ ਅਸੀਂ ਦਿੱਤਾ ਸੀ ਪਾਰਟੀ ਨੇ ਕਿ ਇੱਦਾਂ ਦੇ ਅਸੀਂ ਸਰਕਾਰ ਬਣਨ ਤੋਂ ਬਾਅਦ ਕੰਮ ਕਰਾਂਗੇ। ਸੋ ਕੁਝ ਇਸ਼ੂ ਰੈਸ ਹੋਏ, ਕੁਝ ਰਹਿ ਵੀ ਗਏ। ਕਪਤਾਨ ਸਾਹਿਬ ਨੇ ਉਸ ਤਰੀਕੇ ਦੇ ਨਾਲ ਲੋਕਾਂ 'ਚ ਰਹਿ ਕੇ ਕੰਮ ਨਹੀਂ ਕੀਤਾ। ਵੱਡਾ ਡਰੱਗ ਦਾ ਇਸ਼ੂ ਸੀ ਜਿਹੜਾ ਕਿ ਮੇਨ ਲੋਕ, ਜਦੋਂ ਤੁਹਾਨੂੰ ਪਤਾ ਬੱਚੇ ਵੀ ਮਰੇ ਸੀ,
ਫਿਰ ਅਲਕੋਹਲ ਦੇ ਨਾਲ 120 ਲੋਕ ਵੀ ਮਾਰੇ ਗਏ। ਸੋ ਇਹ ਜਿਹੜੇ ਇਹੋ ਜਿਹੇ ਇਸ਼ੂ ਸੀ, ਇਹ ਲੋਕਾਂ ਦੇ ਮਨ ਦੇ ਉੱਤੇ ਅਸਰ ਸੀ ਕਿ ਸ਼ਾਇਦ ਇਹ ਬਣਨ ਤੋਂ ਬਾਅਦ ਬੰਦ ਹੋਏਗਾ, ਪਰ ਉਹ ਵਧਿਆ। ਕਪਤਾਨ ਸਾਹਿਬ ਕਹਿਣ ਲੱਗੇ 50,000 60,000 ਬੰਦੇ ਤੇ ਮੈਂ ਪਰਚਾ ਦਰਜ ਕਰਤਾ, ਪਰ ਕਪਤਾਨ ਸਾਹਿਬ ਨੇ ਜਿਹੜੀ ਆਟੋ ਮੋਡ ਤੇ ਸਰਕਾਰ ਲਾਤੀ ਸੀ ਨਾ, ਜਿਵੇਂ ਆਟੋ ਪਾਇਲਟ ਲੱਗ ਜਾਂਦਾ ਜਹਾਜ਼ ਚੱਲਦਾ, ਉਹਦੇ ਨਾਲ ਜਿਹੜੇ ਅਫਸਰਾਂ ਨੇ ਜਿਹੜੇ ਘਰ ਭਰੇ ਤੇ ਜਿੱਦਾਂ ਲੁੱਟਿਆ ਪੰਜਾਬ ਨੂੰ ਦੋ ਹੱਥਾਂ ਦੇ ਨਾਲ 4.5 ਸਾਲ ਬਿਲਕੁਲ ਕਤਾਈ ਇਹਨਾਂ ਧਿਆਨ ਨਹੀਂ ਦਿੱਤਾ। ਜਿਹੜੇ ਡਰੱਗਸ ਦੇ ਇਸ਼ੂ ਸੀ ਜਿਹੜੇ ਵੱਡੇ ਅਫਸਰ ਫਸਦੇ ਸੀ, ਜਿਹੜੇ ਕਪਤਾਨ ਸਾਹਿਬ ਦੇ ਕੋਲ ਬੈਂਦੇ ਸੀ, ਉਹ ਸਾਰੇ ਬਚ ਗਏ। ਉਹ ਤਾਂ ਇਨਕੁਆਰੀਆਂ ਗਈਆਂ ਨਹੀਂ ਲੋਕਾਂ ਦੇ ਉੱਥੇ। ਫਿਰ ਜਦੋਂ ਉਹ ਨਹੀਂ ਆਈਆਂ, ਜਿਹੜੇ ਡਰੱਗ ਸਮਗਲਰ ਉਹਨਾਂ ਦੇ ਹੌਸਲੇ ਹੋਰ ਵੱਧ ਗਏ, ਉਹਨਾਂ ਨੇ ਸਿੰਥੈਟਿਕ ਡਰੱਗ, ਦੂਜਾ ਡਰੱਗ ਵੇਚਣਾ ਸ਼ੁਰੂ ਕਰਤਾ। ਉਹਦੇ ਨਾਲ ਫਿਰ ਪੰਜਾਬ ਨੂੰ ਮੁਸ਼ਕਲ ਆਈ ਕਿ ਸਾਡੇ ਹੁਣ ਦੜਾ ਸੱਟਾ ਅੰਮ੍ਰਿਤਸਰ 'ਚ ਸੀ, ਅਲਕੋਹਲ ਦਾ ਬੜਾ ਵੱਡਾ ਰੇਜ਼ ਕੀਤਾ ਸੀ, ਬੜੇ ਵੱਡੇ ਇਸ਼ੂ ਸੀ। ਇਹ ਤੇ ਬੜੇ ਵੱਡੇ ਇਸ਼ੂ ਇਹ ਰਹੇ ਹੈ, ਮਤਲਬ ਸਾਈਡਾਂ ਦੇ ਜਿਹੜਾ ਇਸਲਾਮਾਬਾਦੀਆਂ ਨੇ, ਛੋਟੇ ਬੱਚੇ ਨੇ ਜਿੱਥੇ ਮਤਲਬ ਗਰੀਬ ਪਰਿਵਾਰਾਂ ਦੇ, ਉਹ ਇਹ 'ਚ ਧੱਸਦੇ ਗਏ। ਚਰਨਜੀਤ ਚੰਨੀ ਨੂੰ ਨਾਲ ਫਿਰ ਜਦੋਂ ਚੰਨੀ ਸਾਹਿਬ ਨੂੰ ਬਦਲਿਆ ਗਿਆ, ਚੰਨੀ ਸਾਹਿਬ ਨੂੰ ਲਿਆਂਦਾ ਗਿਆ, ਤੇ ਜਿਹੜਾ ਪਾਰਟੀ ਪ੍ਰਧਾਨ ਹੈ ਉਹ ਨਵਜੋਤ ਸਿੱਧੂ ਉਹਨਾਂ ਨੂੰ ਲਾ ਦਿੱਤਾ ਗਿਆ ਕਿ ਚਲੋ ਉਹ ਅੱਗੇ ਲੈ ਕੇ ਚੱਲੋ ਹੁਣ, ਕਿਉਂਕਿ ਇੱਕ ਕਲੈਕਟਿਵ ਜ਼ਿੰਮੇਵਾਰੀ ਹੁੰਦੀ ਹੈ ਕਿ ਜੇ ਸਰਕਾਰ 'ਚ ਇੱਕ ਬੰਦਾ ਕੰਮ ਕਰਦਾ ਹੈ ਤੇ ਦੂਜੇ ਬੰਦੇ ਨੇ ਉਹ ਜਿਹੜੇ ਕੀਤੇ ਕੰਮ ਲੋਕਾਂ 'ਚ ਲੈ ਕੇ ਜਾਣੇ ਪ੍ਰਦੇਸ਼ ਕਾਂਗਰਸ ਨੇ। ਪਰ ਉੱਥੇ ਬਜਾਏ ਦੇ ਕਿ ਉਹਨਾਂ ਨੂੰ ਲੈ ਕੇ ਜਾਣਾ ਗਿਆ ਜਾਂਦੇ ਕਿ ਅਸੀਂ ਚਲੋ ਅੱਗੇ ਲੈ ਕੇ ਜਾਈਏ, ਸਰਕਾਰ ਬਣ ਜਾਂਦੀ ਤੇ ਅੱਜ ਚਲੋ ਕੁਝ ਵੀ ਕਿਤੇ ਵੀ ਹੁੰਦਾ, ਪਰ ਸਰਕਾਰ ਦਾ ਵਾਧਾ ਤੇ ਹੁੰਦਾ ਹੀ ਹੈ ਨਾ। ਪਰ ਉਹ ਜਿਹੜੇ ਚੰਗੇ ਕੰਮ ਹੋਏ ਆ ਉਹ ਮਤਲਬ ਇਸ ਤਰੀਕੇ ਨਾਲ ਹੋ ਗਏ ਕਿ ਸ਼ਾਇਦ ਕਾਂਗਰਸ ਦੇ ਸੀਐਮ ਉਮੀਦਵਾਰ ਘੋਸ਼ਿਤ ਕੀਤੇ ਨੇ, ਅਸੀਂ ਸੀਐਮ ਬਣ ਜਾਣਾ ਨਹੀਂ। ਕਾਂਗਰਸ ਦੇ ਸੀ ਉਮੀਦਵਾਰ ਘੋਸ਼ਿਤ ਕਰਨ ਤੋਂ ਬਾਅਦ ਲੋਕਾਂ ਨੇ ਫਤਵਾ ਦੇਣਾ ਹੁੰਦਾ। ਸੋ ਜੇ ਉਹ ਘੋਸ਼ਿਤ ਕਰ ਦਿੱਤਾ ਗਿਆ ਚੰਨੀ ਜੀ ਨੂੰ, ਲੋਕਾਂ ਨੇ ਮੰਨਿਆ ਵੀ ਚਲੋ ਯਾਰ ਠੀਕ ਕੰਮ ਹੋਏ ਆ, ਪਰ ਇੱਕ ਤੇ ਫਿਰ ਉਹ ਤੋਂ ਬਾਅਦ ਜੋ ਸਿੱਧੂ ਸਾਹਿਬ ਨੇ ਕੀਤਾ ਆ ਉਹ ਜੱਗ ਜਾ ਰਿਹਾ, ਉਹਦੇ 'ਚ ਕੋਈ ਦੂਰ ਹੈ ਨਹੀਂ। ਸਟੇਜਾਂ ਦੇ ਉੱਤੋਂ ਜਿਸ ਤਰੀਕੇ ਦੇ ਨਾਲ ਜਿਹੜੀ ਭਾਸ਼ਾ ਵਰਤਦੇ ਰਹੇ ਆ, ਜਿਸ ਹੰਕਾਰ ਦਾ ਰੂਪ ਉਹਨਾਂ 'ਚ ਦਿਖਦਾ ਰਿਹਾ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਅਪਸ਼ਬਦ ਬੋਲੇ ਨੇ ਹਰ ਬੰਦੇ ਨੂੰ, ਈਵਨ ਕਿ ਮੀਡੀਆ ਤੋਂ ਲੈ ਕੇ ਤੇ ਲੀਡਰ ਸਾਹਿਬਾਨ ਤੱਕ, ਆਪਣੀ ਪਾਰਟੀ ਦੇ ਲੀਡਰਾਂ ਨੂੰ ਵੀ, ਆਪੋਜੀਸ਼ਨ ਪਾਰਟੀ ਦੇ ਲੀਡਰਾਂ ਨੂੰ ਵੀ, ਉਹ ਕਿਤੇ ਨਾ ਕਿਤੇ ਲੋਕਾਂ ਦੇ ਮਨ ਦੇ ਵਿੱਚ ਅਸਰ ਕੀਤਾ। ਔਰ ਲੋਕੀ ਫਿਰ ਉਹਨਾਂ ਨੇ ਕਿਹਾ ਯਾਰ ਇਹ ਤੇ ਆਪਣਾ ਘਰ ਹੀ ਨਹੀਂ ਇਹਨਾਂ ਦਾ ਠੀਕ, ਤੇ ਇਹਨਾਂ ਨਾਲ ਕੀ ਚੱਲਣ ਦਾ ਫਾਇਦਾ। ਉਹ ਫਿਰ ਲੋਕ ਚੱਲ ਕੇ ਪਹਿਲ ਕੀਤੀ ਸੀ। ਖੈਰ ਇਹ ਗੱਲਾਂ ਤੇ ਮੈਂ ਆਉਣਾ, ਇਹ ਚਰਚਾ ਹੈ, ਕਿਸੇ ਸੋਰਸ ਨੇ ਸਾਨੂੰ ਦੱਸਿਆ ਕਿ ਪ੍ਰਿਯੰਕਾ ਹੁਣਾਂ ਨੇ ਜਦੋਂ ਆਉਣਾ ਸੀਗਾ ਤਾਂ ਕਿਹਾ ਸੀ ਕਿ ਐਮਪੀ ਬੈਠੂਗਾ ਨਾਲ, ਕਹਿੰਦੇ ਕਿ ਕਿਹੜਾ ਐਮਪੀ, ਮੇਰੀ ਗੱਡੀ 'ਚ ਕੋਈ ਐਮਪੀ ਨਹੀਂ ਬੈਠੂਗਾ, ਔਜਲਾ ਨੂੰ ਬੈਠਣ ਤੋਂ ਮਨਾ ਕਰਤਾ। ਠੀਕ ਹੈ ਗੱਲ ਇਹ? ਹੋਈ ਗੱਲ ਇਹ ਹੋਈ, ਇਸੇ ਤਰ੍ਹਾਂ ਹੀ ਹੋਈ ਆ। ਔਰ ਉਹ ਹੰਕਾਰ ਹੀ ਇੰਨਾ ਜ਼ਿਆਦਾ ਸੀ, ਉਹਨਾਂ ਨੂੰ ਇਹ ਸੀ ਲੱਗਦਾ ਕਿ ਕਦੇ ਮੈਂ ਪਾਰਟੀ ਤੋਂ ਉੱਤੇ ਆ, ਪਾਰਟੀ ਦੀ ਆਈਡੀਓਲੋਜੀ ਦੇ ਉੱਤੇ ਆ, ਮੇਰੇ ਨਾਲ ਹੀ ਸਾਰਾ ਕੁਝ ਚੱਲਣਾ ਹੈ। ਪਰ ਕਈ ਵਾਰੀ ਲੋਕ ਕਿਸੇ ਵਾਸਤੇ ਸੋਚਦੇ ਆ ਤੇ ਕਈ ਵਾਰੀ ਉਹਦੇ ਨਾਲ ਆਪਣੇ ਨਾਲ ਵੀ ਇਹ ਚੀਜ਼ ਹੋ ਜਾਂਦੀ ਹੈ। ਉਹਨਾਂ ਨਾਲ ਵੀ ਇਹੀ ਕੁਝ ਵਾਪਰਿਆ ਜੋ ਉਹਨਾਂ ਲੋਕਾਂ ਲਈ ਚਾਹਿਆ ਸੀ। ਬਦਲਾਅ ਕਹਿੰਦੇ ਸੀ ਕਰੋ, ਸਿੱਧਾ ਹੀ ਸੀ ਕਿ ਮਤਲਬ ਸਾਨੂੰ ਵੋਟਾਂ ਨਾ ਪਾਓ, ਔਰ ਚੰਗੇ ਕੰਮਾਂ ਨੂੰ ਵੀ ਉਹ ਮਤਲਬ ਮਾੜਾ ਸੋਚਦੇ ਰਹੇ ਕਿ ਇਹ ਜਿਵੇਂ ਲੋਲੀਪੌਪ ਦੇ ਦਿੱਤਾ ਆ, ਇਹ ਕਿੱਦਾਂ ਹੋਊਗਾ। ਹੁਣ ਜਿਵੇਂ 5 ਰੁਪਏ ਰੇਤਾ ਸੀ, ਹੁਣ 5 ਰੁਪਏ ਰੇਤਾ ਖੱਡ ਤੋਂ ਵਿਕਣੀ ਆ, ਘਰ ਨਹੀਂ ਕਿਸੇ ਦੇ 5 ਰੁਪਏ ਜਾਣੀ। ਘਰ ਤੇ ਤੁਸੀਂ ਕਿਰਾਇਆ ਪੈਣਾ ਹੀ ਆ ਨਾ, 1100 1200 1300 ਜਿੰਨਾ ਰਾਜ ਕਿਰਾਇਆ ਪਏਗਾ ਜਾਂ ਟਰਾਂਸਪੋਰਟੇਸ਼ਨ ਦਾ, ਉਹ ਵੀ ਤੇ ਸਾਧਨ ਹੈ। ਉਹ ਵਿਚਾਰਾ ਰੋਟੀ ਕਿੱਥੋਂ ਖਾਊਗਾ? ਘਰੋਂ ਤੇਲ ਪਾ ਕੇ ਥੋੜਾ ਦੇ ਜੂ ਤੁਹਾਨੂੰ 550 ਰੁਪਏ। ਔਰ ਉਹ ਗਈ ਲੋਕਾਂ ਨੂੰ ਸਮਝਾਉਣ ਦੀ ਬਜਾਏ ਮਤਲਬ ਤੁਸੀਂ ਉਹਨੂੰ ਉਹਦੀ ਵਿਰੋਧਤਾ ਕੀਤੀ ਗਈ ਕਿ ਲੋਕਾਂ ਇਹ ਜਿਹੜਾ ਸਾਡਾ ਸੀਐਮ ਹੈ ਝੂਠ ਮਾਰ ਰਿਹਾ। ਹੁਣ ਜੇ ਘਰ ਦਾ ਮੁਖੀਆ ਹੀ ਤੁਹਾਨੂੰ ਇਹ ਕਹਿਣਾ ਸ਼ੁਰੂ ਕਰ ਦੂਗਾ ਤੇ ਫਿਰ ਲੋਕਾਂ ਤੁਹਾਡੇ ਕੋਲ ਕੀ ਕਰਨਾ ਹੋਣਾ? ਕਿਉਂ ਕੀਤਾ ਨਵਜੋਤ ਸਿੱਧੂ ਹੁਣਾਂ ਨੇ ਕਾਂਗਰਸ ਦੇ ਨਾਲ? ਮੈਂ ਤੇ ਮੇਰਾ ਮੰਨਣਾ ਹੈ ਕਿ ਉਹਨਾਂ ਦੀ ਇੱਕ ਬੜੀ ਵੱਡੀ ਲਾਲਸਾ ਹੈ ਕਿ ਮੈਂ ਮਤਲਬ ਪੰਜਾਬ ਦਾ ਸੀਐਮ ਬਣ ਜਾ। ਮੈਨੂੰ ਹੀ ਇੱਕ ਤੇ ਕੁਦਰਤ ਨੇ ਦੇਖੋ ਹਰ ਇੱਕ ਬੰਦੇ ਨੂੰ ਮੌਕਾ ਦਿੱਤਾ ਹੁੰਦਾ, ਹਰ ਬੰਦੇ 'ਚ ਦਿਮਾਗ ਹੈ, ਹਰ ਬੰਦਾ ਬਹੁਤ ਸੋਝੀ ਰੱਖਦਾ ਆ। ਤੇ ਹੁਣ ਇੱਕ ਬੰਦਾ ਇਹ ਕਹੀ ਜਾਵੇ ਕਿ ਮੇਰੇ ਤੋਂ ਵੱਡਾ ਕੋਈ ਸਿਆਣਾ ਹੀ ਨਹੀਂ ਹੈਗਾ, ਮੇਰੇ ਤੋਂ ਵੱਧ ਕੋਈ ਸੋਚ ਸਕਦਾ ਹੀ ਨਹੀਂ ਪੰਜਾਬ ਲਈ, ਉਹ ਚੀਜ਼ਾਂ ਸਾਰੀਆਂ ਜਿਹੜੀਆਂ ਸੀ ਉਹ ਸਾਨੂੰ ਮਤਲਬ ਲੋਕਾਂ ਨੇ ਇਸ ਗੱਲ ਤੇ ਨਕਾਰਿਆ। ਔਰ ਜਦੋਂ ਹੰਕਾਰ ਹੁੰਦਾ ਹੈ, ਹੰਕਾਰ ਤੇ ਆਪਣੇ ਆਪ 'ਚ ਖੁਦ ਦਾ ਦੁਸ਼ਮਣ ਆਪ ਹੀ ਹੁੰਦਾ ਹੈ, ਕਿਉਂਕਿ ਜੋ ਹੰਕਾਰ ਕਰਦਾ ਹੈ ਉਹਦਾ ਹਮੇਸ਼ਾ ਬਾਣੀ 'ਚ ਵੀ ਉਹ ਦੇਖਿਆ ਗਿਆ ਕਿ ਜਿਹੜਾ ਬੰਦਾ ਹੰਕਾਰ ਕਰਦਾ ਹੈ ਉਹਦਾ ਹੰਕਾਰ ਹਮੇਸ਼ਾ ਹੀ ਟੁੱਟਦਾ ਹੈ। ਸਮਝਾਇਆ ਨਹੀਂ ਸੀ ਨਵਜੋਤ ਸਿੱਧੂ ਹੁਣਾਂ ਨੂੰ ਵੀ ਇਸ ਤਰੀਕੇ ਨਾਲ ਸਿੱਧੂ ਸਾਹਿਬ ਨਾ ਕਰੋ, ਨੁਕਸਾਨ ਹੋ ਜਾਣਾ ਕਾਂਗਰਸ ਦਾ? ਮੈਂ ਤੇ ਕੀ ਸਮਝਾਉਣਾ, ਚਲੋ ਮੇਰੀ ਤੇ ਉਹਨਾਂ ਕੀ ਸੁਣਨੀ ਸੀ। ਉਹ ਤੇ ਇਸ ਗੱਲ ਤੇ ਲਾਇਕ ਸਮਝਦੇ ਹੋਣ ਵੀ ਕੋਈ ਬੰਦਾ ਮੈਂਬਰ ਪਾਰਲੀਮੈਂਟ ਹੈ, ਇਹਦੀ ਗੱਲ ਸੁਣਨੀ ਹੈ ਜਾਂ ਇਹ ਕੋਈ ਸਮਝ ਰੱਖਦਾ ਹੈ, ਉਹ ਗੱਲ ਕੋਈ ਸਲਾਹ ਲੈਣ ਤੇ ਕੋਈ ਦਵੇ ਨਾ। ਉਹ ਤਾਂ ਕਿਸੇ ਦੀ ਵੀ ਸਲਾਹ ਨਹੀਂ ਮੰਨਦੇ। ਤੁਸੀਂ ਆਪ ਦੇਖ ਲਓ, ਉਹਨਾਂ ਦੇ ਜਿਹੜੇ ਨਿੱਜੀ ਦੋਸਤ ਵੀ ਸੀ ਕਾਫੀ, ਉਹਦੇ ਤੋਂ ਉਹਨਾਂ ਤੋਂ ਵੀ ਦੂਰ ਚਲੇ ਗਏ। ਔਰ ਇਹ ਮਤਲਬ ਹਰ ਬੰਦੇ ਕੋ ਇੱਕ ਪਰਮਾਤਮਾ ਨੇ ਬੁੱਧੀ ਦਿੱਤੀ ਆ, ਹਰ ਬੰਦੇ ਦਾ ਰੱਬ ਹੈ, ਹਰ ਬੰਦੇ ਦਾ ਇਸ਼ਟ ਆ, ਤੇ ਹਰ ਬੰਦੇ ਕੋਲ ਸੱਚੇ ਪਾਤਸ਼ਾਹ ਨੇ ਸਾਧਨ ਦਿੱਤੇ ਨੇ। ਤੇ ਅਸੀਂ ਤਾਂ ਕਲੈਕਟਿਵ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ। ਪਰ ਅਸੀਂ ਜੇ ਕਹਿ ਦਈਏ ਕਿ ਇਹ ਸਾਰੇ ਜਿਹੜੇ ਨੇ ਇਹ ਮਤਲਬ ਬਿਲਕੁਲ ਬੇਕਾਰ ਨੇ ਤੇ ਇੱਕ ਸਿਰ ਮੈਨੂੰ ਹੀ ਔਜਲੇ ਨੂੰ ਹੀ ਸਾਰੀ ਬੁੱਧੀ ਦਿੱਤੀ ਹੈ, ਉਹ ਚੀਜ਼ਾਂ ਫਿਰ ਕਿਤੇ ਨਾ ਕਿਤੇ ਲੋਕਾਂ ਦੇ ਮਨ 'ਚ ਵੀ ਘਰ ਕੀਤੀਆਂ ਤੇ ਲੀਡਰਸ਼ਿਪ ਦਾ ਵੀ ਜਿਹੜਾ ਮਨੋਬਲ ਟੁੱਟਾ, ਵਰਕਰ ਦਾ ਵੀ ਟੁੱਟਾ। ਜਿਵੇਂ ਚੰਨੀ ਦੀ ਇੰਨੀ ਅਪੋਜ਼ ਕਰਨ ਦੇ ਨਾਲ ਜਿਹੜੇ ਉਹਨੂੰ ਪਿਆਰ ਕਰਨ ਵਾਲੇ ਸੀ ਲੋਕ, ਹੋਵੇ ਉਹਨਾਂ ਦੇ ਮਨ ਵੀ ਟੁੱਟੇ। ਪਰ
ਜ਼ਿੰਮੇਵਾਰੀ ਨਹੀਂ ਲਈ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਪ੍ਰਧਾਨ ਹੋਣ ਦੇ ਨਾਤੇ ਇਸ ਹਾਰ ਦੀ ਜ਼ਿੰਮੇਵਾਰੀ ਕਿਹਦੀ ਬਣਦੀ ਹੈ, ਲੈਣੀ ਚਾਹੀਦੀ ਸੀ ਜ਼ਿੰਮੇਵਾਰੀ? ਇਹ ਤੇ ਨੈਤਿਕਤਾ ਹੁੰਦੀ, ਜਿਹਦੇ ਕੋਲ ਨੈਤਿਕਤਾ ਹੋਊਗੀ ਜ਼ਰੂਰ ਲਊਗਾ। ਅਸਤੀਫਾ ਦੇਣਾ ਚਾਹੀਦਾ ਸਿੱਧੂ ਹੁਣਾਂ ਨੂੰ? ਬਿਲਕੁਲ, ਇਹ ਤੇ ਨੈਤਿਕ ਜ਼ਿੰਮੇਵਾਰੀਆਂ ਨੇ। ਜੇ ਤੁਸੀਂ ਚਾਹੁੰਦੇ ਜੇ ਕਿ ਤੁਸੀਂ ਮੁਖੀ ਹੋਵੋਗੇ, ਤੁਹਾਨੂੰ ਲੋਕ ਤੁਹਾਡੇ ਨਾਲ ਕੰਮ ਕਰਨ, ਲੋਕਾਂ ਕੀਤਾ ਵੀ ਆ, ਤੁਹਾਨੂੰ ਮੰਨਿਆ ਵੀ ਆ, ਹਮੇਸ਼ਾ ਹੀ ਰਿਸਪੈਕਟਫੁਲੀ ਹਰ ਇੱਕ ਨੇ ਕਿਹਾ, ਭਾਵੇਂ ਤੁਸੀਂ ਕਿਸੇ ਨੂੰ ਮਾੜਾ ਹੀ ਕਿਹਾ, ਪਰ ਹਰ ਇੱਕ ਨੇ ਇਦਾਂ ਨਹੀਂ ਤੁਹਾਡੇ ਨਾਲ ਕੀਤਾ। ਤੇ ਜ਼ਿੰਮੇਵਾਰੀ ਤੇ ਆਪਾਂ ਨੂੰ ਲੈਣੀ ਪੈਣੀ ਹੈ। ਦੇਖੋ ਇਹਦੇ ਨਾਲ ਘੱਟੋ ਘੱਟ ਇਹ ਤੇ ਮੰਨਦੇ ਨੇ ਕਿ ਵੀ ਮਤਲਬ ਗਲਤੀਆਂ ਹੋਈਆਂ ਨੇ, ਪਰ ਉਹ ਤੇ ਬਦਲਾਅ ਦੇ ਨਾਂ ਤੇ ਉਹ ਤੇ ਬੜੇ ਖੁਸ਼ ਨੇ ਕਿ ਜਿੰਦਾ ਬਾਡੀ ਲੈਂਗੁਏਜ ਮੈਂ ਉਹਨਾਂ ਦੀ ਦੇਖੀ ਕਿ ਹਾਂਜੀ ਬਹੁਤ ਵਧੀਆ ਹੋ ਗਿਆ। ਵਧਾਈ ਵੀ ਦਿੱਤੀ, ਉਹ ਕਹਿੰਦੇ ਬਦਲਾਅ ਚਾਹੁੰਦੇ ਸੀਗੇ ਲੋਕ, ਕਹਿੰਦੇ ਵਧੀਆ ਹੋਇਆ ਬਦਲਾਅ ਚਾਹੁੰਦੇ ਸੀਗੇ, ਉਹ ਬਦਲਾਅ ਆ ਗਿਆ। ਕਹਿੰਦੇ ਮੈਂ ਉਹੀ ਤੇ ਗੱਲ ਕਹਿ ਰਿਹਾ। ਸੁਖੀ ਰੰਧਾਵਾ ਨੇ ਕਿਹਾ ਕਿ ਸਾਡਾ ਪ੍ਰਧਾਨ ਹੈ ਕਰ ਰਿਹਾ, ਕਹਿੰਦੇ ਮੈਨੂੰ ਤਾਂ ਹੈਰਾਨੀ ਹੋਈ, ਕਹਿੰਦੇ ਪਰ ਹੈਰਾਨੀ ਜਾਖੜ ਸਾਹਿਬ ਹੋਣਾ ਤੇ ਉਹੀ ਕਹਿੰਦੇ ਕਿ ਸਿੱਧੂ ਦਾ ਤਾਂ ਮੈਨੂੰ ਪਤਾ ਸੀ ਵੀ ਇਹਨੇ ਕੁਝ ਕਰਨਾ, ਪਰ ਹਾਈ ਕਮਾਨ ਨੇ ਲਾ ਕੇ ਭੇਜਤਾ। ਅਸੀਂ ਕੀ ਕਰਦੇ, ਕਹਿੰਦੇ ਸਭ ਤੋਂ ਪਹਿਲਾਂ ਅਸੀਂ ਲੈ ਕੇ ਵੀ ਆਏ, ਫਿਰ ਜਦੋਂ ਹਾਈ ਕਮਾਨ ਨੇ ਬਣਾ ਕੇ ਭੇਜਤਾ। ਪਰ ਜਾਖੜ ਸਾਹਿਬ ਤੇ ਵੀ ਸਵਾਲ ਚੁੱਕਤੇ ਉਹਨਾਂ ਨੇ। ਮਸਲਾ ਇਹ ਆ, ਜਦੋਂ ਵੀ ਅਸੀਂ ਮੂਵ ਕਰਦੇ ਆਂ, ਹੈਰਾਨੀ ਦੀ ਗੱਲ ਤੁਸੀਂ ਕਹਿੰਦੇ ਵਧਾਈ ਦਿੱਤੀ, ਵਧਾਈ ਚਲੋ ਮੈਂ ਕਹਿੰਦਾ ਬਣਦਾ ਆ, ਸਾਡਾ ਹਰ ਇੱਕ ਦਾ ਹਰ ਇੱਕੋ ਵਧਾਈ ਦਿੰਦਾ ਜਿਹੜਾ ਕੋਈ ਬਣੇ। ਅਸੀਂ ਆਫਟਰ ਆਲ ਪਾਰਟੀ ਤੋਂ ਵੀ ਉੱਪਰ ਉੱਠ ਕੇ ਗੱਲਾਂ ਹੁੰਦੀਆਂ ਨੇ, ਪਰ ਬੜੇ ਖੁਸ਼ ਹੋ ਕੇ ਕਹਿਣਾ ਕਿ ਬਹੁਤ ਵਧੀਆ ਹੋ ਗਿਆ। ਹੁਣ ਉਹਨਾਂ ਦੀ ਭਾਸ਼ਾ 'ਚ ਕੋਈ ਦੇਖੋ ਕੋਈ ਤਿਲਖੇਪਨ ਨਹੀਂ ਆਇਆ, ਕੋਈ ਮਾੜੀ ਗੱਲ ਨਹੀਂ ਆਈ, ਸਿਰ ਮਤਲਬ ਉਹਨਾਂ ਨੇ ਸਿੱਧਾ ਹੀ ਮਤਲਬ ਬਾਡੀ ਲੈਂਗੁਏਜ ਬੰਦੇ ਦੱਸਦੀ ਕਿੰਨਾ ਖੁਸ਼ ਹੋਏਗਾ। ਸੋ ਮੇਰਾ ਮਕਸਦ ਕਹਿਣ ਦਾ ਹੈ ਕਿ ਤੁਸੀਂ ਇੱਕ ਪਾਰਟੀ ਚਾਹੇ ਜਿਹੜੀ ਸਦੀਆਂ ਪੁਰਾਣੀ ਪਾਰਟੀ, ਲੋਕਾਂ ਨੇ ਆਪਣੇ ਲਹੂ ਨਾਲ ਸਿੰਜੀ, ਵਰਕਰ ਨੇ ਆਪਣੇ ਪਸੀਨੇ ਦੇ ਨਾਲ ਉਹਨੂੰ ਇੱਥੋਂ ਤੱਕ ਲੈ ਕੇ ਆਏ, ਤੇ ਤੁਸੀਂ ਉਹਦੇ ਮੁਖੀ ਬਣੇ। ਚਲੋ ਲੀਡਰ ਦਾ ਨਹੀਂ ਸੀ ਧਿਆਨ ਰੱਖਣਾ, ਵਰਕਰ ਦਾ ਹੀ ਰੱਖ ਲੈਂਦੇ ਕਿ ਵਰਕਰ ਹੁਣ ਕਿੱਦਾਂ ਹੋਊਗਾ ਵਿਚਾਰਾ। ਅੱਜ ਤੁਸੀਂ ਸਭ ਤੋਂ ਵੱਧ ਜੇ ਕੋਈ ਟੁੱਟਾ ਆ ਤੇ ਉਹ ਵਰਕਰ ਟੁੱਟਾ ਆ। ਲੀਡਰ ਨੂੰ ਕੋਈ ਫਰਕ ਨਹੀਂ, ਲੀਡਰ ਦੇ 2-4 ਦਿਨ 'ਚ ਆਪਣੇ ਕੰਮਾਂ 'ਚ ਰੁੱਝ ਜੂਗਾ, ਪਰ ਵਰਕਰ ਬੇਹਤਾਸ਼ ਆ। ਮੈਂ ਮਿਲਿਆ ਵਰਕਰਾਂ ਨੂੰ ਬੁਲਾ ਕੇ ਇੱਥੇ, ਪਰ ਗੱਚ ਭਰੇ ਨੇ ਵਿਚਾਰਿਆਂ ਦੇ, ਮਤਲਬ ਉਹ ਇੱਕਦਮ ਜਿਵੇਂ ਜਾਨ ਨਿਕਲ ਗਈ ਹੁੰਦੀ ਉਹਨਾਂ 'ਚੋਂ। ਉਹਨਾਂ ਦਾ ਕੀ ਕਸੂਰ ਸੀ? ਤੁਹਾਡੇ ਹੋਊਗਾ ਕਾਂਗਰਸ ਦਾ, ਜਿੰਨੇ ਬੁਰੇ ਤਰੀਕੇ ਨਾਲ ਕਾਂਗਰਸ ਹਾਰੀ ਹੈ, ਤੁਹਾਨੂੰ ਲੱਗਦਾ ਕੋਈ ਲੀਡਰਸ਼ਿਪ ਨਜ਼ਰ ਆਉਂਦੀ ਹੈ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਨੂੰ ਫਿਰ ਤੋਂ ਉਭਾਰ ਸਕਦੀ ਹੈ? ਪੰਜਾਬ 'ਚ ਲੀਡਰਸ਼ਿਪ 'ਚ ਕਾਂਗਰਸ ਕੋ ਕਮੀ ਨਹੀਂ ਹੈਗੀ। ਕਾਂਗਰਸ ਕੋ ਬਹੁਤ ਵਧੀਆ ਲੀਡਰ ਨੇ, ਚੰਗੇ ਲੀਡਰ ਨੇ। ਕਾਂਗਰਸ ਉੱਭਰੇਗੀ, ਕਾਂਗਰਸ ਉੱਭਰ ਕੇ ਆ ਵੀ ਗਿਆ, ਇਹੀ ਜੀ ਕੋਈ ਗੱਲ ਨਹੀਂ ਹੈਗੀ। ਸਿਰਫ ਕੁਝ ਗਲਤੀਆਂ ਜਿਹੜੀਆਂ ਮੁਖੀ ਬੰਦਿਆਂ ਨੂੰ ਨਹੀਂ ਸੀ ਕਰਨੀਆਂ ਚਾਹੀਦੀਆਂ, ਇਨ ਫਾਈਟਿੰਗ ਸੀ ਜਿਹੜੀ, ਉਹਦਾ ਨੁਕਸਾਨ ਜਿਹੜਾ ਸਾਡੇ ਕਾਂਗਰਸ ਨੂੰ ਹੋਇਆ ਵਾ, ਤੇ ਨੁਕਸਾਨ ਤੇ ਬਹੁਤ ਵੱਡਾ ਹੋਇਆ। ਇਹਦੇ 'ਚ ਕੋਈ ਦੋ ਰਾਏ ਨਹੀਂ ਗਿਆ ਕਿ ਲੋਕ ਸਾਡੇ ਨਾਲੋਂ, ਕਿਉਂਕਿ ਵਰਕਰ ਸਾਡਾ ਖੜਾ ਆ, ਪਰ ਵਰਕਰ ਕੋ ਜਿਹਨੇ ਵੋਟਾਂ 'ਚ ਤਬਦੀਲ ਕਰਨਾ ਸੀ ਲੋਕਾਂ ਨੂੰ, ਉਹ ਲੋਕ ਸਾਡੇ ਵਰਕਰ ਨਾਲੋਂ ਪਿੱਛੇ ਚਲੇ ਗਏ, ਉਹ ਦੂਜੀਆਂ ਪਾਰਟੀਆਂ ਚਲੇ ਗਏ। ਹੁਣ ਉਹਨੂੰ ਉਹਨਾਂ ਪਿੰਡਾਂ 'ਚ ਉਹਨੂੰ ਵਾਪਸ ਲੈ ਕੇ ਆਉਣਾ, ਅਗਲੀਆਂ ਇਲੈਕਸ਼ਨਾਂ ਦੇ ਵਿੱਚ ਉਹਦੀ ਤਿਆਰੀ ਦੇਖੋ ਅਸੀਂ ਕਰਾਂਗੇ, ਔਰ ਕਾਂਗਰਸ ਮੁੜ ਸੱਤਾ ਦੇ ਵਿੱਚ ਲਿਆਉਣ ਦੀ ਪੂਰੀ ਸਾਡੀ ਜਾਨ ਲਾਵਾਂਗੇ, ਔਰ ਪਾਰਟੀ ਵਰਕਰ ਨੂੰ ਅਸੀਂ ਤਕੜਾ ਕਰਾਂਗੇ। ਉਹ ਕਰ ਵੀ ਰਹੇ ਹਾਂ। ਸੁਰਜੀਤ ਮਾਨ ਕਹਿੰਦੇ ਕਿ ਚਰਨਜੀਤ ਚੰਨੀ ਹੁਣਾਂ ਨੇ ਟਿਕਟਾਂ ਵੇਚੀਆਂ ਮਿਲ ਕੇ, ਚਰਨਜੀਤ ਚੰਨੀ ਨੂੰ ਸੰਗਲੀ ਵਾਲਾ ਬਾਂਦਰ ਤੱਕ ਕਹਿ ਦਿੱਤਾ। ਤੁਹਾਡੇ ਉਮੀਦਵਾਰ ਸੀ ਸੁਰਜੀਤ ਮਾਨ, ਸਾਬਕਾ ਐਮਐਲਏ, ਔਰ ਉਹਨਾਂ ਨੇ ਬਹੁਤ ਤਿੱਖੇ ਸ਼ਬਦ ਵਰਤੇ ਚਰਨਜੀਤ ਚੰਨੀ ਲਈ, ਕੀ ਕਹੋਗੇ? ਮੈਂ ਇਹੀ ਕਹੂੰਗਾ ਸਤਿਕਾਰਯੋਗ ਸਾਰੇ ਵੱਡੇ ਲੀਡਰ ਨੇ, ਹੁਣ ਹੀ ਘੱਟੋ ਘੱਟ ਮੱਤ ਲੈ ਲਓ ਵੀ ਹੁਣ ਸਾਡੇ ਨਾਲ ਕੀ ਹੋਇਆ। ਅਜੇ ਨਹੀਂ ਆਪਾਂ ਟਲਦੇ ਇਹਨਾਂ ਚੀਜ਼ਾਂ ਤੋਂ। ਠੀਕ ਹੈ, ਜਿਹੜੀ ਜ਼ਿੰਮੇਵਾਰੀ ਬਣਦੀ ਉਹਨੂੰ ਜ਼ਿੰਮੇਵਾਰੀ ਕਹਿ ਦਿਓ। ਜੇ ਤੁਹਾਨੂੰ ਲੱਗਦਾ ਕਿ ਚੰਨੀ ਜ਼ਿੰਮੇਵਾਰ ਹੈ, ਤੁਸੀਂ ਕਹੋ, ਤੁਹਾਡਾ ਅਧਿਕਾਰ ਖੇਤਰ ਹੈ, ਪਰ ਘੱਟੋ ਘੱਟ ਜਿਹੜੇ ਅਪਸ਼ਬਦ ਨੇ ਇਹ ਤੇ ਇਹਨਾਂ ਚੀਜ਼ਾਂ ਨੇ ਅੱਗੇ ਲੈ ਬੈਠਿਆ ਸਾਨੂੰ। ਹੁਣ ਸੀਟਾਂ ਤੋਂ ਹਾਰਨ ਦੀ ਵਜ੍ਹਾ ਕੀ ਮੰਨਦੇ ਹੋ ਚਰਨਜੀਤ ਚੰਨੀ ਦੀ? ਦੇਖੋ, ਜਦੋਂ ਇੱਕ ਪੰਜਾਬ ਦੇ ਵਿੱਚ ਇੱਕ ਫਤਵਾ ਹੋ ਗਿਆ ਨਾ ਕਿ ਲੋਕਾਂ ਨੇ ਸਾਡੀ ਇਨ ਫਾਈਟਿੰਗ ਤੋਂ ਤੰਗ ਆ ਕੇ, ਸਾਡੀ ਰੌਲੇ ਰੱਪੇ ਤੋਂ ਤੰਗ ਆ ਕੇ ਲੋਕ ਇੱਕ ਪਾਸੜ ਹੋ ਗਏ, ਤੇ ਲੋਕਾਂ ਨੇ ਫਿਰ ਜਿੱਥੇ ਭਾਵੇਂ ਕੋਈ ਵੀ ਬੈਠਾ ਸੀ, ਚੰਨੀ ਸਾਹਿਬ ਜਿਵੇਂ ਹੁਣ ਚਮਕੌਰ ਤੋਂ ਸੀ, ਉਹਨਾਂ ਨੂੰ ਭਦੌੜ ਭੇਜਿਆ ਗਿਆ, ਔਰ ਵਾਹਿਦ ਇੱਕ ਬੰਦਾ ਹੈ ਕਿ ਜਿਹੜਾ ਲਗਾਤਾਰ ਰੈਲੀਆਂ ਕਰਦਾ ਸੀ, ਜਿਹੜਾ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਰਾਤ ਨੂੰ ਆਪਣਾ ਕੌਂਸਟੀਚੁਐਂਸੀ ਦੇਖਦਾ ਸੀ, ਦਿਨੇ ਲੋਕਾਂ ਕੋਲ ਜਾਂਦਾ ਸੀ। 5-5 7-7 8-8 10-10 ਰੈਲੀਆਂ। ਮੈਨੂੰ ਪਤਾ, ਮੈਂ ਜਦੋਂ ਟਾਰੀ ਰੈਲੀ ਸੀ 6 ਘੰਟੇ ਲੇਟ ਆਏ ਸੀ, ਉਹ 3 ਘੰਟੇ ਸਿੱਧੂ ਸਾਹਿਬ ਦੀ ਕੌਂਸਟੀਚੁਐਂਸੀ 'ਚ ਲਾ ਕੇ ਆਏ ਸੀ। ਉਦੋਂ ਰੋਡ ਸ਼ੋਅ ਕੀਤਾ ਸੀ ਉਹਨਾਂ ਨੇ, ਔਰ ਉਹ ਬੰਦਾ ਹਰ ਕੋਨੇ ਤੋਂ ਉਹਨੇ ਕਾਂਗਰਸ ਜਿਤਾਉਣ ਦੀ ਕੋਸ਼ਿਸ਼ ਕੀਤੀ, ਪਰ ਸਾਥ ਚਾਹੀਦਾ ਸੀ ਲੀਡਰ ਸਾਹਿਬਾਨ ਦਾ। ਹੁਣ ਸਿੱਧੂ ਸਾਹਿਬ ਦੀ ਜ਼ਿੰਮੇਵਾਰੀ ਸੀ, ਪ੍ਰਧਾਨ ਸਨ, ਜਾਂਦੇ ਹੈਲੀਕਾਪਟਰ ਖੜੇ ਰਹੇ, ਕਿਹਾ ਗਿਆ ਕਿ ਤੁਸੀਂ ਜਾਓ, ਪਰ ਉਹ ਆਪਣੇ ਹਲਕੇ 'ਚ ਖੈਰ ਫਸੇ ਵੀ ਬੜੀ ਬੁਰੀ ਤਰ੍ਹਾਂ ਸੀ, ਕਿਉਂਕਿ ਆਪ ਕਦੀ ਗਏ ਨਹੀਂ ਸੀ ਹਲਕੇ ਦੇ ਵਿੱਚ, ਘੱਟ ਜਾਣ ਕਰਕੇ, ਮਾੜਾ ਬੋਲਣ ਕਰਕੇ ਵਰਕਰ ਜਿਹੜਾ ਉਹ ਦੂਰ ਸੀ, ਪਰੇਸ਼ਾਨ ਸੀ। ਸੋ ਉਹਨੂੰ ਮਨਾਉਣ ਤੇ ਵੀ ਬਹੁਤ ਟਾਈਮ ਲੱਗਾ। ਤੁਹਾਨੂੰ ਕੀ ਲੱਗਦਾ ਜੇ ਵਿਕਰਮ ਮਜੀਠੀਆ ਨਾ ਆਉਂਦੇ ਹਲਕੇ ਦੇ ਵਿੱਚ, ਫਿਰ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਜਿੱਤ ਜਾਣਾ ਸੀ? ਇਹ ਤੋਂ ਵੱਡੀ ਲੀਡ ਨਾ ਹਰਨਾ ਸੀ, ਜਿਆਦਾ ਹੋਰ ਲੀਡ ਵੱਧ ਜਾਣੀ ਸੀ, ਕਿਉਂਕਿ ਆਮ ਆਦਮੀ ਨੂੰ ਜ਼ਿਆਦਾ ਵੋਟ ਪੈਣੀ ਸੀ ਉੱਤੋਂ। ਇੰਨੇ ਅੱਗੇ ਹੋਏ ਸੀ ਸਿੱਧੂ ਹੁਣਾਂ ਤੋਂ ਲੋਕ। ਤੁਸੀਂ ਦੇਖੋ ਨਾ ਕਿ ਜਿਹੜਾ ਵਿਕਰਮ ਮਜੀਠੀਆ ਕੋਈ ਬਹੁਤ ਵਧੀਆ ਕੈਂਡੀਡੇਟ ਨਹੀਂ ਸੀ, ਸਾਡੇ ਸ਼ਹਿਰ ਉਹਨੂੰ ਪਸੰਦ ਨਹੀਂ ਕਰਦਾ, ਪਰ ਲੋਕ ਉਹਦੇ ਨਾਲ ਵੀ ਚਲੇ ਗਏ। ਉਹ ਲੋਕ ਵੀ ਤੇ ਐਂਟੀ ਸਿੱਧੂ ਹੀ ਗਏ ਨੇ ਨਾ, ਉਹ ਵੀ ਉਧਰ ਇਕੱਠੇ ਹੋਣੇ ਸੀ ਸਾਰੇ।
ਉਹ ਨਹੀਂ, ਸ਼ਰਮਨਾਕ ਹਾਰ ਦੇ ਲਈ ਫਿਰ ਜ਼ਿੰਮੇਵਾਰੀ ਕੌਣ ਲਏਗਾ? ਕਾਂਗਰਸ ਦੇ ਵਿੱਚ ਸਾਰੇ ਜ਼ਿੰਮੇਵਾਰੀਆਂ ਤੋਂ ਕਹਿੰਦੇ ਭੱਜਦੇ ਨਜ਼ਰ ਆ ਰਹੇ। ਨਹੀਂ ਪੈਣਾ। ਦੇਖੋ ਅਸੀਂ ਵੀ ਜਿੱਥੇ ਸਾਨੂੰ ਜ਼ਿੰਮੇਵਾਰੀ ਦੇਣੀ ਸਾਡੇ ਤੇ ਵੀ ਪਾਓ। ਅਸੀਂ ਕੋਈ ਇਤੋਂ ਨਹੀਂ ਭੱਜਦੇ ਕਿ ਜੇ ਕੋਈ ਸਾਡੀ ਕੁਤਾਈ ਹੈ ਸਾਨੂੰ ਔਰ ਜ਼ਿੰਮੇਵਾਰੀਆਂ ਲੈਣੀਆਂ ਪੈਣੀਆਂ ਨੇ। ਲੋਕ ਨੇ ਤੇ ਜ਼ਿੰਮੇਵਾਰੀ ਫਿਕਸ ਕਰਤੀ ਹੈ, ਹੁਣ ਮੰਨਣੀ ਨਹੀਂ ਮੰਨਣੀ ਉਹ ਤੁਹਾਡੀ ਮਰਜ਼ੀ ਹੈ। ਕਿ ਮਤਲਬ ਆਪਾਂ ਕਿਸੇ ਚੀਜ਼ ਦੇ ਨਾਲ ਚਿੰਬੜ ਕੇ ਬਹਿਣਾ ਆ, ਉਹ ਚੀਜ਼ ਦੇ ਰਾਹੀਂ ਤੁਹਾਨੂੰ ਮਤਲਬ ਉੱਪਰ ਵੀ ਜਾਣ ਦਾ ਮੌਕਾ ਦਿੱਤਾ ਗਿਆ। ਤੁਹਾਨੂੰ ਪਾਰਟੀ ਨੇ ਸਾਰੇ ਸਾਧਨ ਸੁੱਖ ਸਹੂਲਤਾਂ ਹੋਈਆਂ ਮਤਲਬ ਮੋਹਲਤਾਂ ਦਿੱਤੀਆਂ ਨੇ, ਤੁਸੀਂ ਮਿਨਿਸਟਰਾਂ ਤੱਕ ਰਹੇ ਜੇ ਔਰ ਉਹਦੇ ਬਾਵਜੂਦ ਤੁਸੀਂ ਆਪਣੀ ਕੌਂਸਟੀਚੁਐਂਸੀਆਂ ਵੀ ਲੂਜ਼ ਕਰ ਜੋਗੇ। ਤੇ ਜ਼ਿੰਮੇਵਾਰੀਆਂ ਤੇ ਜ਼ਰੂਰ ਲੈਣੀਆਂ ਚਾਹੀਦੀਆਂ, ਜ਼ਿੰਮੇਵਾਰੀ ਤੋਂ ਆਪਾਂ ਨਹੀਂ ਭੱਜ ਸਕਦੇ ਕੋਈ ਵੀ। ਔਰ ਜਿਹੜਾ ਜਿੱਥੇ ਬਣਦਾ ਆ, ਜੋ ਪ੍ਰੋਟੋਕਾਲ ਵਾਈਜ਼ ਬਣਦਾ ਹੈ, ਉਹ ਜ਼ਿੰਮੇਵਾਰੀ ਲੈਣੀ ਚਾਹੀਦੀ ਆ। ਲੱਗਦਾ ਕਿ ਦੇਣਗੇ ਅਸਤੀਫਾ ਜਾਂ ਦੇਣਾ ਚਾਹੀਦਾ? ਦੇਖੋ ਮੈਂ ਤੇ ਕਹਿੰਦਾ ਕਿ ਇਹ ਚੀਜ਼ਾਂ ਤੇ ਤੈਅ ਕਰਨੀਆਂ ਚਾਹੀਦੀਆਂ। ਜੇ ਇਹ ਨਹੀਂ ਤੈਅ ਕਰਦੇ ਫਿਰ ਪਾਰਟੀ ਤੈਅ ਕਰੇ, ਪਾਰਟੀ ਸੋਚੇ ਵੀ ਕੀ ਕਰਨਾ, ਅੱਗੇ ਆਪਾਂ ਕਿਵੇਂ ਜਾਣਾ ਹੈ। ਕਿਉਂਕਿ ਆਪਣੇ ਕੌਂਸਟੀਚੁਐਂਸੀ ਦੇ ਵਿੱਚ ਤੁਸੀਂ ਦੇਖੋ ਨਾ ਕਿ ਡਰੱਗ ਦੇ ਇੰਨੇ ਵੱਡੇ ਇਸ਼ੂ, ਚਿੱਟੇ ਦੇ ਦੜੇ ਸੱਟੇ ਦੇ, ਅੰਮ੍ਰਿਤਸਰ ਦਾ ਬਹੁਤ ਵੱਡਾ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਅਸੀਂ ਜੇ ਲੂਜ਼ ਹੋਏ ਤੇ ਇੱਕ ਵੱਡਾ ਕਾਰਨ ਇਹ ਹੈ ਤਿੰਨਾਂ ਚੀਜ਼ਾਂ ਦਾ। ਅੰਮ੍ਰਿਤਸਰ ਦੀ ਨਗਰੀ ਦੇ ਵਿੱਚ ਅੱਗੇ ਨਾਲੋਂ ਮਤਲਬ ਸਾਰੇ ਹਲਕੇ, ਅੰਮ੍ਰਿਤਸਰ ਦੇ 4 ਚੁਫੇਰੇ ਹੀ ਹੈ, ਸਿੱਧੂ ਸਾਹਿਬ ਦੇ ਹਲਕੇ 'ਚ ਵੀ ਹੈ, ਮਕਬੂਲਪੁਰਾ, ਤੁੰਗ ਭਾਈ, ਮੋਕਮਪੁਰਾ, ਵੇਰਕਾ। ਕਦੀ ਦੇਖਿਆ ਨਹੀਂ, ਜਾ ਕੇ ਦੇਖਣਾ ਚਾਹੀਦਾ ਸੀ। ਸਿੱਧੂ ਸਾਹਿਬ ਦੇ ਮਾਡਲ ਨੂੰ ਰਿਜੈਕਟ ਕਿਉਂ ਕਰਤਾ ਲੋਕਾਂ ਨੇ? ਪੰਜਾਬ ਮਾਡਲ ਦੀ ਬਹੁਤ ਗੱਲ ਕਰਦੇ ਹੁੰਦੇ ਸੀ। ਪੰਜਾਬ ਮਾਡਲ ਦੀ ਗੱਲ ਕਰਨ ਵਾਲਾ ਉਹ ਬੰਦਾ ਜਿਹਨੂੰ ਲੋਕ ਸੁਣਦੇ ਹੋਣ ਇੰਨਾ ਥੱਲੇ ਆ ਗਿਆ। ਦੇਖੋ ਪੰਜਾਬ ਮਾਡਲ ਤੇ ਹੋ ਸਕਦਾ, ਪਹਿਲੀ ਗੱਲ ਤੇ ਇਹ ਸੀ ਕਿ ਕਿਉਂਕਿ ਮਿਨਿਸਟਰ ਵੀ ਰਹੇ 2 ਸਾਲ, ਇਹਨਾਂ ਲੋਕਲ ਬਾਡੀ ਮੰਤਰੀ ਰਹੇ ਆ, ਉਹਨਾਂ 'ਚ ਇਹਨਾਂ ਨੇ ਕੰਮ ਕੀਤਾ। ਇਹਨਾਂ ਨੂੰ ਇੱਕ ਤੇ ਉਹ ਦੱਸਣਾ ਚਾਹੀਦਾ ਵੀ ਕਿਹੜੇ ਚੰਗੇ ਕੰਮ ਜਿਹੜੇ ਹੋਏ ਨੇ, ਜਿਹੜੇ ਲੋਕਾਂ ਨੂੰ ਸਮਝ ਪੈਂਦੀ, ਕਿਉਂਕਿ ਲੋਕਾਂ ਦੇ ਉਹਦੇ ਤੁਸੀਂ ਕਰੋਗੇ ਜੋ ਕੀਤਾ ਉਹ ਤੇ ਦੱਸ ਦਿਓ। ਦੂਜੀ ਆਪਣੀ ਕੌਂਸਟੀਚੁਐਂਸੀ ਦੀ ਵੱਡੇ ਲੀਡਰ ਨੇ, ਪੰਜਾਬ ਦੇ ਵੀ ਵੱਡੇ ਲੀਡਰ ਨੇ ਸਿੱਧੂ ਸਾਹਿਬ, ਅੰਮ੍ਰਿਤਸਰ ਦੇ ਵੀ ਵੱਡੇ ਲੀਡਰ ਨੇ, ਔਰ ਆਪਣੇ ਹਲਕੇ ਦੇ ਵਿੱਚ ਜਿਹੜੇ ਕੰਮ ਹੋਏ ਸੀ ਘੱਟੋ ਘੱਟ ਉਹ ਹੀ ਦਿਖ ਜਾਂਦੇ, ਉਹਦਾ ਮਾਡਲ ਹੀ ਦਿਖਾ ਦਿੰਦੇ। ਨਸ਼ਾ ਪੰਜਾਬ 'ਚ ਨਹੀਂ ਬੰਦ ਹੋ ਸਕਿਆ, ਮੰਨਿਆ, ਕੈਪਟਨਸੀ ਨਹੀਂ ਮੰਨੀ ਗੱਲ। ਅੰਮ੍ਰਿਤਸਰ ਦੇ ਵਿੱਚ ਲਾਸਟ 6 ਮਹੀਨੇ ਕਮਿਸ਼ਨਰ ਵੀ ਇਹਨਾਂ ਲਾਏ, ਪੁਲਿਸ ਵੀ ਇਹਨਾਂ ਦੇ ਬਿਲਕੁਲ ਕੋਲ। ਪਹਿਲੇ ਵੀ ਜਿਹੜਾ ਸਮਾਂ ਰਿਹਾ DSP SHO ਇਹਨਾਂ ਦੀ ਮਰਜ਼ੀ ਨਾਲ ਲੱਗਦੇ ਰਹੇ MLA ਸਾਹਿਬਾਨ ਦੀ। ਤੇ ਖਾਸ ਕਰਕੇ ਏਡੇ ਵੱਡੇ ਲੀਡਰ ਜਿਹੜੇ ਆ ਉਹਨਾਂ ਦੇ ਹਲਕੇ 'ਚ ਸਾਰਾ ਕੁਝ ਹੀ ਚੱਲੇ ਸ਼ਰੇਆਮ, ਜੜਾ ਸੱਟਾ ਵੀ ਹੋਵੇ, ਚਿੱਟਾ ਵੀ ਚੱਲੇ, ਲਕੋਲ ਵੀ ਵਿਕੇ। ਇਹ ਦਿਖ ਨਹੀਂ ਰਿਹਾ ਸੀ ਫਿਰ। ਬਾਕੀ ਪੰਜਾਬ ਦੀਆਂ ਤਾਂ ਗੱਲਾਂ ਕਰਦੇ ਆ, ਉਹਦੇ ਹਲਕੇ ਦੇ ਵਿੱਚ ਨਹੀਂ ਨਜ਼ਰ ਆ ਰਿਹਾ। ਮੈਂ ਖੁਦ ਜਦੋਂ ਬੱਚੇ ਮਰਨੇ ਸ਼ੁਰੂ ਹੋਏ, ਜਦੋਂ ਟੀਕੇ ਲਾ ਕੇ ਮਰੇ, ਮੈਂ ਖੁਦ ਬੱਸਾਂ ਦੇ ਪਾ ਬੱਚੇ ਖੜੇ ਐਂਬੂਲੈਂਸਾਂ 'ਚ। ਮੈਂ ਮਕਬੂਲਪੁਰਿਓਂ ਵੀ ਲਿਆਇਆ, ਮੈਂ ਤੁੰਗ ਪਾਈ ਤੋਂ ਵੀ ਲਿਆਇਆ, ਮੈਂ ਬੇਰਕਿਓਂ ਵੀ ਲਿਆਇਆ, ਬੱਚੇ ਇਕੱਠੇ ਕੀਤੇ, ਮੈਂ ਸੁਲਤਾਨਵਿੰਡੋਂ ਵੀ ਲਿਆਇਆ, ਮੈਂ ਗਰਵਾਲੀਓਂ ਵੀ ਲਿਆਇਆ, ਇਹਨਾਂ ਦੇ ਹਲਕੇ 'ਚੋਂ ਵੀ ਲੈ ਕੇ ਆਇਆ। ਇਹਨਾਂ ਨੂੰ ਚਾਹੀਦਾ ਸੀ ਪੁੱਛਦੇ, ਮੈਨੂੰ ਵੀ ਸੱਦ ਲੈਂਦੇ ਵੀ ਭਾਈ ਤੂੰ ਦੱਸ ਵੀ ਕੀ ਮੁਸ਼ਕਲ। ਮੇਰੀ ਪੁਲਿਸ ਦੇ ਨਾਲ ਤਕਰਾਰ ਵੀ ਹੋਈ ਇਸ ਕੰਮ ਦੇ ਵਿੱਚ। ਮੈਂ ਸ਼ਰੇਆਮ ਉਦੋਂ ਕਿਹਾ ਸੀ, ਮੈਂ ਕਿਹਾ ਪੁਲਿਸ ਮਹੀਨੇ ਹੀ ਲੈ ਚਿੱਟਾ ਵਗਾਉਂਦੀ ਹੈ, ਨੱਕ ਥੱਲੇ ਵਿਕਦਾ, ਥਾਣੇ ਦੀ ਨੱਕ ਥੱਲੇ। ਇਹ ਨਹੀਂ ਗੱਲ ਕਿ ਦੂਰ ਮੈਂ ਕਹਾਂ ਫੇਰ ਤੁਹਾਨੂੰ, ਨੱਕ ਦੇ ਥੱਲੇ ਵਿਕਦਾ ਸੀ। ਪਰ ਇਹਨਾਂ ਨੇ ਬਜਾਏ ਉਹਦੇ ਕਿ ਇਹ ਮੈਨੂੰ ਸ਼ਾਬਾਸ਼ ਦਿੰਦੇ ਜਾਂ ਮੈਨੂੰ ਸੱਦ ਕੇ ਕਹਿਣ ਦਿੰਦੇ ਵੀ ਆਹ ਦੱਸ ਕੀ ਗੱਲ ਹੈ। ਪੁਲਿਸ ਨੂੰ ਵੀ ਕਿਹਾ ਗਿਆ ਵੀ ਖਬਰਦਾਰ ਜੇ ਮੈਂਬਰ ਪਾਰਲੀਮੈਂਟ ਆਉਂਦਾ ਇਹਦੀ ਗੱਲ ਨਹੀਂ ਸੁਣਨੀ। ਤੇ ਫਿਰ ਉਹਨਾਂ ਦੇ ਹੌਸਲੇ ਤੇ ਵਧਣੇ ਆ, ਸਮਗਲਰ ਦੇ ਵੱਧਦੇ ਵੀ। ਜੇ MP ਨੇ ਇੰਨਾ ਰੌਲਾ ਪਾਇਆ, ਇਹਨੇ ਫੜੋ ਫੜਾਈ ਲਾਈ ਆ, ਫਿਰ ਵੀ ਨਹੀਂ ਜੇ ਮਤਲਬ ਸਾਨੂੰ ਪੁਲਿਸ ਕੋ ਜਾਂਦੀ, ਪੁਲਿਸ ਦਾ ਹੱਥ ਰੱਖ ਕੇ ਬਹਿ ਗਈ ਆ ਤੇ ਉਹਦੀ ਪਿੱਠ ਥਾਪੜੀ ਗਈ ਇਹਦੇ ਉਲਟ ਦੇ ਵਿੱਚ ਜਾ ਕੇ, ਤੇ ਫਿਰ ਇਹ ਕੁਝ ਹੋਣਾ ਸੀ। ਉਹਦਾ ਦੇਖੋ ਪੰਜਾਬ ਮਾਡਲ ਹੋਣਾ ਨਹੀਂ ਹੋਣਾ, ਇਹ ਜ਼ਿੰਮੇਵਾਰੀ ਕਿਸੇ ਨੂੰ ਦੇ ਸਕਦੇ। ਪਰ ਜਿੱਥੇ ਲਗਾਤਾਰ 17 ਸਾਲ ਇਹ ਸ਼ਹਿਰ 'ਚ ਨੁਮਾਇੰਦਗੀ ਵੀ ਕੀਤੀ ਹੋਵੇ, ਮੰਤਰੀ ਵੀ ਰਹੇ ਹੋਣ, ਔਰ ਬੜੀ ਵੱਡੀ ਮਤਲਬ ਲੀਡ ਦੇ ਨਾਲ ਲੋਕਾਂ ਜਿਤਾਇਆ ਸੀ। ਚੰਨੀ ਤੇ ਆਪਸ ਦੇ ਵਿੱਚ ਟਿਊਨਿੰਗ ਕਿਉਂ ਨਹੀਂ ਬਿਠਾ ਪਾਏ? ਕਿਉਂਕਿ ਕਹਿੰਦੇ ਕਿ CM ਫੇਸ ਬਣਨਾ ਚਾਹੁੰਦੇ ਸੀ ਨਵਜੋਤ ਸਿੰਘ ਸਿੱਧੂ, ਪਰ ਇਹ ਟਿਊਨਿੰਗ ਹਾਈ ਕਮਾਂਡ ਕਿਉਂ ਨਹੀਂ ਬਿਠਵਾ ਪਾਈ? ਫਿਰ ਆਪਸ ਵਿੱਚ ਟਿਊਨਿੰਗ ਬੈਠ ਜਾਂਦੀ ਤਾਂ ਸਭ ਠੀਕ ਠਾਕ ਹੋ ਜਾਂਦਾ। ਫਿਰ ਹਾਈ ਕਮਾਂਡ ਵਿਚਾਰੀ ਕੀ ਕਰੇ? ਹਾਈ ਕਮਾਂਡ ਨੇ 2 ਲੀਡਰ ਸੀ, ਦੋਵਾਂ ਨੂੰ ਮੌਕਾ ਦਿੱਤਾ ਕਿ ਤੁਸੀਂ ਚਲੋ ਤੁਸੀਂ ਪ੍ਰਧਾਨ ਬਣ ਜਾਓ, ਤੁਸੀਂ ਇਹ ਬਣ ਜਾਓ। ਹੁਣ ਟਿਊਨਿੰਗ ਤੇ ਲਾਲਸਾ, ਹੰਕਾਰ, ਲਾਲਚ ਬਹੁਤ ਜ਼ਿਆਦਾ ਕਿ ਮੇਰੇ ਤੋਂ ਇਲਾਵਾ ਇਹ ਕੁਝ ਹੋ ਹੀ ਨਹੀਂ ਸਕਦਾ, ਮੈਂ ਹੀ ਸਾਰਾ ਕੁਝ ਕਰ ਸਕਦਾ ਹਾਂ। ਜਦ ਕਿ ਰੱਬ ਨੇ ਸਮਾਨ ਅੰਤਰ ਬਹੁਤ ਲੋਕ ਬਣਾਏ ਨੇ। ਇਹ ਤਾਂ ਨਹੀਂ ਗੱਲ ਹੁਣ ਗੁਰਜੀਤ ਔਜਲਾ ਮੈਂਬਰ ਪਾਰਲੀਮੈਂਟ ਨਹੀਂ ਹੋਊਗਾ ਤੇ ਗਾਂ ਅੰਮ੍ਰਿਤਸਰ ਦੀ ਮੈਂਬਰ ਪਾਰਲੀਮੈਂਟ ਨਹੀਂ ਕੋਈ ਬਣਨੇ। ਇਹ ਤਾਂ ਚੀਜ਼ਾਂ ਹੋਣੀਆਂ ਨੇ। ਇਹ ਕਿਵੇਂ ਕਹਿ ਸਕਦੇ ਕਿ ਮੇਰੇ ਤੋਂ ਅੱਗੇ ਕੁਝ ਨਹੀਂ ਹੈਗਾ? ਆਪਾਂ ਨੂੰ ਤਾਂ ਸਗੋਂ ਜਿਹੜੇ ਬੰਦੇ ਛੋਟੇ ਵੱਡੇ ਸਭਨਾਂ ਨੂੰ ਨਾਲ ਲੈ ਕੇ ਪਿਆਰ ਦੇ ਨਾਲ, ਕਿਉਂਕਿ ਇੱਕ ਫਾਦਰ ਫਿਗਰ ਹੈ ਪ੍ਰਧਾਨ ਜਿਹੜਾ ਹੈ, ਉਹ 'ਚ ਤੇ ਮੇਰੀ ਨਾਰਾਜ਼ਗੀ ਪ੍ਰਧਾਨ ਨਾਲ, ਉਹਦੀ ਪ੍ਰਧਾਨਗੀ ਤੇ ਮੇਰੀ ਪ੍ਰਧਾਨ ਦੀ ਕਿਸੇ ਵਰਕਰ ਨਾਲ, ਕਿਸੇ ਲੀਡਰ ਨਾਲ ਨਾਰਾਜ਼ਗੀ ਨਹੀਂ ਹੋ ਸਕਦੀ। ਇਹ ਸਾਨੂੰ ਪ੍ਰਧਾਨਗੀ ਲਾਓ ਹੀ ਨਹੀਂ ਕਰਦੀ। ਮੇਰੀ ਕੋਈ ਵਰਕਰ ਸਾਹਿਬ ਮੇਰੇ ਨਾਲ ਨਾਰਾਜ਼ ਹੁੰਦਾ, ਗੁਰਜੀਤ ਦਾ ਮੈਂਬਰ ਪਾਰਲੀਮੈਂਟ ਹੈ, ਮੈਂ ਅੰਮ੍ਰਿਤਸਰ 'ਚ ਘੱਟੋ ਘੱਟ, ਪਰ ਮੇਰਾ ਕਿਸੇ ਨਾਲ ਨਾਰਾਜ਼ ਹੋਣਾ ਨਹੀਂ ਬਣਦਾ।
ਕਹਿੰਦੇ ਕਿ ਰਾਹੁਲ ਗਾਂਧੀ ਹੁਣਾਂ ਨੂੰ ਔਰ ਜਿਹੜਾ ਗਾਂਧੀ ਪਰਿਵਾਰ ਹੈ ਔਰ ਇਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ। ਇਸ ਤਰ੍ਹਾਂ ਦੀਆਂ ਆਵਾਜ਼ਾਂ ਉੱਠ ਰਹੀਆਂ ਨੇ। ਸੁਰਜੀਤ ਧੀਮਾਨ ਹੁਣਾਂ ਨੇ ਗੱਲ ਕਹੀ ਬੜਾ ਠੋਕ ਕੇ, ਕਹਿੰਦੇ ਕਿ ਗਾਂਧੀ ਪਰਿਵਾਰ ਜਿਹੜਾ ਕੁੰਡਲੀ ਮਾਰ ਕੇ ਬੈਠਾ, ਜਦੋਂ ਤੱਕ ਗਾਂਧੀ ਪਰਿਵਾਰ ਨਹੀਂ ਛੱਡਦਾ ਕਾਂਗਰਸ ਨੂੰ ਉਦੋਂ ਤੱਕ ਕੁਝ ਨਹੀਂ ਬਣਨਾ ਕਾਂਗਰਸ ਦਾ। ਯੂਪੀ 'ਚ ਵੀ ਸਫਾਇਆ ਹੋ ਗਿਆ। ਦੇਖੋ 5 ਸਾਲ ਸਰਕਾਰ ਹੰਢਾਈ ਆ ਅਸੀਂ, ਅਫਸਰ ਆਪਣੀ ਮਰਜ਼ੀ ਨਾਲ ਲੱਗੇ ਆ, ਹਰ ਚੀਜ਼ ਤੁਹਾਡੀ ਮਰਜ਼ੀ ਨਾਲ ਹੋਈ ਹੈ। ਪੁਲਿਸ ਥਾਣੇ ਸਾਡੇ ਕੋਲ ਸੀ, ਕਚਹਿਰੀਆਂ ਸਾਡੇ ਕੋਲ ਸੀ। ਆਪਾਂ ਨੂੰ ਮੰਥਨ ਕਰਨਾ ਚਾਹੀਦਾ ਆਪਾਂ ਕਿਉਂ ਹਰੇ। ਉਹਨਾਂ ਤੇ ਤੁਹਾਨੂੰ ਟਿਕਟਾਂ ਵੀ ਦਿੱਤੀਆਂ, ਤੁਹਾਡੀ ਸਰਕਾਰ ਬਣ ਗਈ, ਉਹਨਾਂ ਸਾਰੇ ਜੋ ਪਾਵਰ ਤੁਸੀਂ ਲੈਣਾ ਚਾਹੁੰਦੇ ਹੋ ਰਾਹੁਲ ਗਾਂਧੀ ਪਰਿਵਾਰ ਨੇ ਤੁਹਾਨੂੰ ਦਿੱਤੀ, ਆਪਾਂ ਕਿਉਂ ਹਰੇ ਵੀ। ਮੀਟਿੰਗ ਵੀ ਚੱਲ ਰਹੀ CWC ਦੀ। ਚਲੋ ਉਹ ਤੇ ਹੁਣ ਜੋ ਫੈਸਲਾ ਹੋਏਗਾ ਉਹ ਤੇ ਹਾਈ ਕਮਾਂਡ ਦਾ ਕੰਮ ਹੈ, ਉਹ ਦੇਖਦੇ ਕੀ। ਇੱਕ ਗੱਲ ਕਹੀ ਬਹੁਤ ਵੱਡੀ, ਗੁਰਪ੍ਰੀਤ ਸਿੰਘ GP ਸਾਬਕਾ ਹੋ ਗਏ, MLA ਹਾਰ ਗਏ। ਉਹ ਕਹਿੰਦੇ ਕਿ ਚਰਨਜੀਤ ਚੰਨੀ ਨੇ ਪੂਰੀ ਵਾਹ ਲਾਈ ਆਪਦੇ ਭਰਾ ਨੂੰ ਜਿਤਾਉਣ ਲਈ ਤੇ ਮੈਨੂੰ ਹਰਾਉਣ ਵਾਸਤੇ। ਨਹੀਂ, ਗਲਤ ਹੋਇਆ, ਇਹ ਨਹੀਂ ਹੋਣਾ ਚਾਹੀਦਾ। ਚੰਨੀ ਨੂੰ ਚਾਹੀਦਾ ਸੀ ਕਿ ਆਪਦੇ ਭਰਾ ਨੂੰ ਸਮਝਾਉਂਦੇ। ਕੌਣ ਕਰਨਾ ਚਾਹੀਦਾ ਸੀ, ਭਰਾ ਨੂੰ ਨਹੀਂ ਖੜਾ ਕਰਨਾ ਚਾਹੀਦਾ। ਇਹ ਚੀਜ਼ਾਂ ਇਹੀ ਚੀਜ਼ਾਂ ਲੈ ਕੇ ਬੈਠੀਆਂ ਨੇ ਸਾਨੂੰ, ਇਹ ਚੀਜ਼ਾਂ ਨੂੰ ਕੰਟਰੋਲ ਸਾਨੂੰ ਲੈ ਕਰਨ ਕੇ ਚੱਲਣਾ ਚਾਹੀਦਾ ਸੀ। ਔਰ ਮੈਂ ਫੇਰ ਕਹਾਂ ਕਿ ਦੇਖੋ ਕਾਂਗਰਸ ਪਾਰਟੀ ਬਹੁਤ ਵੱਡੀ, ਇਹਦਾ ਵਰਕਰ ਬਹੁਤ ਪੁਰਾਣਾ, 50-50 ਸਾਲ ਪੁਰਾਣੇ ਵਰਕਰ ਤੁਹਾਨੂੰ ਪਿੰਡਾਂ 'ਚ ਮਿਲ ਜਾਂਦੇ ਆ। ਕਮੀ ਆਈ ਹੈ ਤਾਂ ਸਾਡੇ 'ਚ ਆਈ ਆ, ਗਲਤੀ ਹੋਈ ਹੈ ਤਾਂ ਸਾਡੇ ਤੋਂ ਹੋਈ ਆ। ਜਿੰਨੀ ਸੀਨੀਅਰ ਲੀਡਰਸ਼ਿਪ ਅੱਜ ਵੀ ਗਲਤੀਆਂ ਮੰਨ ਕੇ ਵਰਕਰ ਤੋਂ ਮਾਫੀ ਮੰਗ ਲੈਣ ਜਿਹੜੀ ਗਲਤੀ ਹੋਈ ਹੈ, ਤੇ ਜਾ ਕੇ ਉਹਨੂੰ ਮਨਾਉਣ। ਉਹਦੇ ਨਾਲ ਪਾਰਟੀ ਨੂੰ ਆਪਣੇ ਹੰਕਾਰ, ਆਪਣਾ ਸਾਰਾ ਕੁਝ, ਲਾਲਚ, ਆਪਣਾ ਹੰਕਾਰ ਇੱਕ ਸਾਈਡ ਤੇ ਰੱਖਣ, ਉੱਥੇ ਜਾਣ। ਸ਼ਾਇਦ ਅਸੀਂ ਫਿਰ ਇਹਨੂੰ ਇਕੱਠੇ ਹੋ ਕੇ ਅੱਗੇ ਲੈ ਜਾ ਪਾਈਏ। ਉਹਦੇ ਵਾਸਤੇ ਮੰਥਨ ਸਾਨੂੰ ਕਰਨਾ ਜ਼ਰੂਰੀ ਹੈ, ਬਜਾਏ ਇਹਦੇ ਕਿ ਹੁਣ ਮੈਂ ਕਦੀ ਕਿਸੇ ਤੇ ਚਿੱਕੜ ਛੁੱਟਦਾ ਫਿਰਾਂ, ਕਦੀ ਕਿਸੇ ਤੇ। ਪਰ ਇਹ ਗੱਲ ਜ਼ਰੂਰ ਕਹੂੰਗਾ ਵੀ ਜਿਹੜਾ ਜ਼ਿੰਮੇਵਾਰ ਬੰਦਾ ਹੈ ਉਹਨੂੰ ਜ਼ਿੰਮੇਵਾਰੀ ਜ਼ਰੂਰ ਲਵੇ। ਰੰਧਾਵਾ ਕਹਿੰਦੇ ਕਿ ਨਵਜੋਤ ਸਿੱਧੂ ਕਹਿੰਦੇ ਸੀ ਕਿ ਮੰਜਾ ਲਾ ਦੇਣਾ, ਬਿਸਤਰਾ ਉੱਥੇ ਲੱਗਣਾ। ਕਹਿੰਦੇ ਕਿੱਥੇ ਹੈ ਮੰਜਾ ਤਾਂ ਕਹਿੰਦੇ ਸਾਨੂੰ ਕਦੇ ਨਜ਼ਰ ਹੀ ਨਹੀਂ ਆਇਆ। ਕਹਿੰਦੇ ਯਾਰ ਗੱਲਾਂ ਨਾਲ ਤੇ ਬਹੁਤ ਕੁਝ ਹੋਇਆ, ਗੱਲਾਂ ਦਾ ਕੜਾਹ ਤੇ ਜਿੰਨਾ ਮਰਜ਼ੀ ਤੁਸੀਂ ਬਣਾ ਲਓ, ਉਹਦੇ ਨਾਲ ਥੋੜਾ ਢਿੱਡ ਭਰਦਾ ਹੈ। ਅਸਲੀ ਇਹ ਲੋਕ ਧਰਤੀ ਤੇ ਵੇਖਣਾ ਚਾਹੁੰਦੇ ਕਿ ਤੁਸੀਂ ਕੀ ਕੀਤਾ। ਪੰਜਾਬ ਬਣਾਉਣ ਦਾ ਨੁਕਸਾਨ ਹੋਇਆ ਨਵਜੋਤ ਸਿੱਧੂ ਨੂੰ। ਅੱਜ ਤੇ ਇੰਜੀ ਲੱਗ ਰਿਹਾ ਸਾਰਾ ਪੰਜਾਬ ਹੀ ਰੁੜ ਗਿਆ, ਤੇ ਪ੍ਰਧਾਨ ਨੇ ਰੱਜ ਕੇ ਰੋੜਨ ਦੇ ਵਿੱਚ ਆਪਣੀ ਭੂਮਿਕਾ ਅਦਾ ਕੀਤੀ ਹੈ। ਅੱਜ ਤੇ ਤੁਹਾਡੇ ਸਾਹਮਣੇ ਆ ਸਾਰਾ ਕੁਝ। ਜਾਖੜ ਬਣੇ ਰਹਿੰਦੇ ਤਾਂ ਲੱਗਦਾ ਸੀ ਬਚਾਅ ਹੋ ਜਾਂਦਾ। ਦੇਖੋ ਮੈਂ ਇਹ ਨਹੀਂ ਕਹਿ ਸਕਦਾ ਕਿ ਬਚਾਅ ਹੁੰਦਾ ਜਾਂ ਨਾ ਹੁੰਦਾ, ਪਰ ਜੋ ਸਰਕਾਰ ਨੇ ਆਪਣੀ ਪਾਰਟੀ ਨੇ ਬੈਟਰ ਕਰਨਾ ਚਾਹਿਆ ਤੇ ਉਹਨੂੰ ਲਾਉਣ ਦਾ ਵੀ ਫਾਇਦਾ ਨਹੀਂ ਹੋਇਆ। ਫਿਰ ਇਹ ਵੀ ਮੰਨਦੇ ਵੀ ਉਹ ਥੋੜਾ ਟਾਈਮ ਘੱਟ ਸੀਗਾ ਜਾਂ ਥੋੜਾ ਟਾਈਮ ਪਹਿਲਾਂ ਲਾ ਦਿੱਤਾ ਜਾਂਦਾ। ਗੱਲ ਠੀਕ ਹੈ ਕਿ ਪਹਿਲਾਂ ਥੋੜਾ ਸਮਾਂ ਲਾ ਦੇਣਾ ਚਾਹੀਦਾ ਸੀ, ਪਰ ਉਹਦਾ ਨੁਕਸਾਨ ਕੋਈ ਨਹੀਂਗਾ। ਨੁਕਸਾਨ ਅਸੀਂ ਕੀਤਾ। ਚੰਨੀ ਨੇ ਬਹੁਤ ਸੋਹਣੇ ਕੰਮ ਕੀਤੇ, ਚੰਨੀ ਦੇ ਕੰਮਾਂ ਨੂੰ ਆਪਾਂ ਸਰਾਇਆ ਹੀ ਨਹੀਂ। ਆਪਾਂ ਤੇ ਜਿੰਨਾ ਚਿਰ ਸਟੇਜ ਰਹੀ ਆ ਉਹਨਾਂ ਚਿਰ ਜਾਂ ਤੇ ਕੀਤੇ ਕੰਮ ਨੂੰ ਭੰਡਿਆ, ਜਾਂ ਕਿਸੇ ਲੀਡਰ ਨੂੰ ਭੰਡਿਆ, ਜਾਂ ਤਲਖੀ ਕਿਸੇ ਅਪਸ਼ਬਦ ਜਿਹੜੇ ਆ ਉਹ ਵਿਰੋਧੀ ਵਾਸਤੇ ਵਰਤੇ ਗਏ, ਜਾਂ ਆਪਣੇ ਵਾਸਤੇ ਜਾਂ ਲੀਡਰ ਵਾਸਤੇ। ਤੇ ਉਹ ਚੀਜ਼ ਜੇ ਕਿਤੇ ਆਪਾਂ ਉਹਨਾਂ ਜ਼ੋਰ ਜਿਹੜਾ ਆ ਸਾਰੇ ਕੰਮਾਂ ਨੂੰ, ਦੇ ਕੀ ਚੰਨੀ ਸਾਹਿਬ ਨੇ ਕੰਮ ਨਹੀਂ ਕੀਤੇ, 32 ਦੇ ਬਿੱਲ ਮਾਫ ਨਹੀਂ ਹੋਏ, ਹਰ ਇੱਕ ਨੇ ਕਿਹਾ ਮੇਰੇ ਮਾਫ ਹੋਏ ਆ। ਅੱਜ ਨੇ ਆਮ ਆਦਮੀ ਪਾਰਟੀ ਨੂੰ ਲੋਕਾਂ ਵੋਟ ਪਾਈ ਹੈ, ਮੈਕਸਿਮਮ ਇਹਦੇ ਚੋਂ 7 ਕਿਲੋ ਵਾਟ ਦੇ ਹੇਠ ਵਾਲੇ ਕਨੈਕਸ਼ਨ ਹੈ, ਸਾਰਿਆਂ ਦੇ ਪੁੱਛ ਲਓ, ਭਾਵੇਂ 3 ਰੁਪਏ ਬਿੱਲ ਆਉਂਦਾ ਹੋਏਗਾ। ਪਰ ਆਪਾਂ ਨੂੰ ਡਰਾਮੇਬਾਜ਼ੀ ਬਾਲੀ ਕਰਕੇ ਕਹਿੰਦੇ ਕਿ ਮੈਂ ਨਾਗਵਾਲ ਵੀ ਪਾ ਲੈਣਾ, ਮੈਂ ਟਰੈਕਟਰ ਵੀ ਚਲਾ ਲੈਣਾ, ਮੈਂ ਟੈਂਟ ਵੀ ਲਾਉਂਦਾ ਰਿਹਾ। ਕਹਿੰਦੇ ਚੰਨੀ ਨੂੰ ਡਰਾਮੇਬਾਜ਼ੀ ਰਗੜਾ ਗਈ। ਇਹ ਗੱਲਾਂ ਕਹਿ ਰਹੇ ਲੋਕ। ਡਰਾਮੇਬਾਜ਼ੀ ਦੀ ਗੱਲ ਨਹੀਂ, ਉਹ ਜੋ ਕਰਦਾ ਸੀ ਯਾਰ ਉਹ ਸਾਦਾ ਬੰਦਾ ਸੀ, ਸਾਦਗੀ ਦਿਖਾਈ ਉਹਨੇ, ਜੋ ਕਰ ਸਕਦਾ ਸੀ ਉਹਨੇ ਕੀਤਾ। ਉਹਨੇ ਕਿਹਾ ਯਾਰ ਮੈਂ ਸਾਦਗੀ, ਮੈਨੂੰ ਪਤਾ ਆ ਮੈਂ ਕਿਵੇਂ ਕੰਮ ਕਰਨਾ, ਕਿ ਤੁਸੀਂ ਮੈਂ ਹਰ ਇੱਕ ਦੀ ਜੇ ਭਾਵਨਾ ਸਮਝਦਾ ਸੀ। ਉਹਨੇ ਲਾਲ ਲਕੀਰ ਦੇ ਅੰਦਰ ਜਿਹੜੇ ਘਰ ਸੀ ਉਹ ਵੀ ਉਹਨੇ ਰਜਿਸਟਰੀਆਂ ਕਰਾਈਆਂ, ਉਹ ਸਮਝਦਾ ਸੀ ਨਾ। ਉਹੀ ਸਮਝ ਸਕਦਾ ਜਿਹੜਾ ਲਾਲ ਲਕੀਰ ਦੇ ਅੰਦਰ ਘਰ ਕਿਹਦੇ ਹੁੰਦੇ ਆ, ਸਭ ਤੋਂ ਗਰੀਬ ਬੰਦਿਆਂ ਦੇ। ਤੇ ਗਰੀਬ ਬੰਦੇ ਨੇ ਸਾਰੇ ਕੰਮ ਹੱਥੀਂ ਕੀਤੇ ਹੁੰਦੇ ਆ, ਪਰ ਉਹਦੇ ਚ ਆਪਾਂ ਉਹਦੇ ਚੰਗਿਆਈਆਂ ਵੀ ਲੈ ਕੇ ਚੱਲੀਏ ਨਾ। ਇਹ ਦੋਸ਼ ਤੇ ਕੱਢੇ ਸਾਡੇ ਨਾਲ ਆਪੋਜੀਸ਼ਨ ਵਾਲੇ, ਸਾਨੂੰ ਜੋ ਮਰਜ਼ੀ ਕਹਿਣ। ਜਦੋਂ ਅਸੀਂ ਆਪਣੀ ਸਰਕਾਰ ਨੂੰ, ਆਪਣੇ ਲੀਡਰ ਸਾਹਿਬਾਨ ਨੂੰ, ਠੀਕ ਹੈ ਗਲਤੀਆਂ ਹੋਈਆਂ ਨੇ, ਇਹ 'ਚ ਕੋਈ ਦੋ ਰਾਏ ਨਹੀਂ ਗਿਆ, ਮਾਫੀਆ ਵੀ ਰਿਹਾ। ਇਹ ਵਾਲਾ ਜਿਹੜਾ ਮਸਲਾ ਸੀਗਾ, ED ਨੇ 10 ਕਰੋੜ ਰੁਪਏ ਰਿਕਵਰ ਕਰਿਆ, ਕਹਿੰਦੇ ਉਹਨੇ ਵੀ ਬਹੁਤ ਵੱਡਾ ਡੈਂਟ ਪਾਇਆ ਕਾਂਗਰਸ ਨੂੰ। ਕਿਉਂਕਿ ਤੁਸੀਂ ਮੰਨਦੇ ਜੇ ਜਿੰਨਾ ਪੈਸਾ ਬੀਜੇਪੀ ਨੇ ਲਾਇਆ, ED ਕਿਤੇ ਉਹਦੇ ਘਰ ਵੜ ਸਕਦੀ ਕਿਸੇ ਬੀਜੇਪੀ ਵਾਲੇ ਦੇ? ਅਕਾਲੀ ਦਲ ਪੈਸੇ ਤੋਂ ਬਗੈਰ ਆ ਗਿਆ ਇੱਥੋਂ ਤੱਕ। ਯੂਪੀ ਜਿਹੜੀ ਸਰਕਾਰ ਆਈ ਹੈ ਬਗੈਰ ਪੈਸੇ ਤੋਂ ਆ ਗਈ ਹੈ। ਕਹਿੰਦੇ ਉਹ ਤਾਂ ਮੰਨ ਗਿਆ ਕਿ ਮੈਂ ਤਾਂ ਟ੍ਰਾਂਸਫਰ ਦੇ ਪੈਸੇ ਔਰ ਇਹ ਸਾਰੀਆਂ ਚੀਜ਼ਾਂ ਦੇ ED ਦਾ ਅਫੀਸ਼ੀਅਲ ਬਿਆਨ ਹੈ। ਉਹ ਮੇਰੀ ਗੱਲ ਨਹੀਂ ਸਮਝਦੇ, ਉਹਨੇ ਕੀ ਮੰਨਿਆ ਕੀ ਨਹੀਂ ਮੰਨਿਆ। ਜੇ ਤੇ ਬਣਦੀ ਸਰਕਾਰ ਨਿਰਪੱਖ ਜਾਂਚ ਹੁੰਦੀ, ਜਿੱਦਣ ਗਏ ਸੀ ਨਾਲ ਤੁਹਾਨੂੰ ਮੀਡੀਆ ਨੂੰ ਲੈ ਕੇ ਜਾਂਦੇ। ਕੋਈ ਵੀ ਕਰਪਸ਼ਨ ਕਰੇ, ਮੈਂ ਨਹੀਂ ਕਹੂੰਗਾ ਕਿ ਅਸੀਂ ਕਿਸੇ ਨੂੰ ਪ੍ਰੋਟੈਕਟ ਕਰਦੇ ਹਾਂ, ਉਹਦੇ ਤੇ ਸਜ਼ਾ ਨੂੰ ਹੋਣੀ ਚਾਹੀਦੀ ਹੈ। ਕੀ ਇਹ ਸਾਰੇ ਰੇਡ ਹੈ ਜਦੋਂ ਇਲੈਕਸ਼ਨ ਆਉਂਦੀ ਉਦੋਂ ਹੀ ਹੁੰਦੇ? ਕੀ ਹੁਣ ਨਹੀਂ ਆਪਾਂ ਹੁਣ ਵੀ ਫੜ ਲੈਣ? ਕਰਪਸ਼ਨਾਂ ਜੇ ਹੋਈਆਂ, ਜੇ ਪੰਜਾਬ 'ਚ ਭ੍ਰਿਸ਼ਟਾਚਾਰ ਹੋਇਆ, ਵੱਡੇ ਪੱਧਰ ਤੇ ਹੋਇਆ, ਤੇ ਇਹ ਫੜਨਾ ਚਾਹੀਦਾ ED ਨੂੰ। ਮੈਂ ਅੱਜ ਵੀ ਕਹੂੰਗਾ ਕਿ ਸਾਰਿਆਂ ਦੇ ਕੇਸ ਕੱਢੋ ਤੁਸੀਂ, ਪਰ ਅੱਜ ਉਦੋਂ ਹੀ ਕਿਉਂ ਇੱਕ ਬੰਦਾ ਹੀ ਕਿਉਂ ਟਾਰਗੇਟ ਕੀਤਾ ਗਿਆ? ਉਹ ਤੇ ਇੱਕ ਸੋਚ ਸਮਝ ਕੇ ਹੋਇਆ ਨਾ ਟਾਰਗੇਟ। ਹੁਣ ਮੈਨੂੰ ਦੱਸੋ ਸਿੱਧੂ ਸਾਹਿਬ ਕੀ ਕਰਨਗੇ? ਇਹ ਸਿੱਧੂ ਸਾਹਿਬ ਦੱਸ ਸਕਦੇ, ਵੱਡੇ ਲੀਡਰ ਉਹਨਾਂ ਬਾਰੇ ਮੈਂ ਤਾਂ ਨਹੀਂ ਨਾ ਕੋਈ ਭਵਿੱਖਬਾਣੀ ਕਰ ਸਕਦਾ। ਤੁਸੀਂ ਵੀ MP ਹੋ,
ਨਹੀਂ ਐਮਪੀ ਹੈ, ਐਮਪੀ ਦੇ ਮੈਂ ਇਸ ਇੰਨੀ ਕੁ ਗੱਲ ਤੇ ਜ਼ਰੂਰ ਕਹੀ ਹੈ ਕਿ ਜ਼ਿੰਮੇਵਾਰੀ ਸਾਰਿਆਂ ਨੂੰ ਲੈਣੀ ਚਾਹੀਦੀ ਹੈ, ਮੈਨੂੰ ਵੀ ਲੈਣੀ ਚਾਹੀਦੀ। ਹਾਂਜੀ ਨਹੀਂ ਮੈਂ ਨਹੀਂ ਕੁਝ ਕਹਿ ਸਕਦਾ ਇਹਦੇ ਬਾਰੇ, ਸ਼ੋਅ 'ਚ ਜਾਣਗੇ ਕਿ ਸ਼ੋਅ ਤੇ LOP ਕੌਣ ਬਣਨ ਜਾ ਰਿਹਾ LOP? ਇਹ ਵੀ ਮੈਨੂੰ ਨਹੀਂ ਪਤਾ ਕਿਉਂਕਿ ਇਹ 18 ਬੰਦੇ ਸਾਰੇ ਜਿਹੜੇ ਜਿੱਤ ਗਏ ਇਸ ਵੇਲੇ ਸਾਰੇ ਧਨੰਤਰ ਨੇ, ਕਿਉਂਕਿ 18 ਹੀ ਮਤਲਬ ਵਜੂਦ ਰੱਖਦੇ ਆ, ਕਿਉਂਕਿ ਇਹੋ ਜਿਹੀ ਨੇਰੀ 'ਚ ਜਿੱਤਣਾ ਸੌਖਾ ਨਹੀਂਗਾ। ਇਹਦੇ ਬਾਰੇ ਮੈਂ ਕਿਸੇ ਬਾਰੇ ਭਵਿੱਖਬਾਣੀ ਨਹੀਂ ਕਰ ਸਕਦਾ, ਪਰ ਕੋਈ ਹੋਵੇ ਇੱਕ ਹੀ ਬਣਨਾ, ਉਹ ਸਾਰਿਆਂ ਨੂੰ ਮਿਲ ਕੇ ਉਹਦਾ ਸਾਥ ਦੇਵਾਂਗੇ। ਬਾਕੀ ਸਾਰੀਆਂ ਚੀਜ਼ਾਂ ਠੀਕ ਹੈ। ਇੱਕ ਬੰਨੇ ਆਮ ਆਦਮੀ ਪਾਰਟੀ ਦੀ ਹਨੇਰੀ ਝੁੱਲ ਰਹੀ ਸੀ। 1-2 ਮਿੰਟ ਦਾ ਮੈਂ ਸਮਾਂ ਹੋਰ ਲੈਣਾ ਤੁਹਾਡੇ ਤੋਂ। ਵੱਡੇ ਵੱਡੇ ਦਿੱਗਜ ਰੁੜ ਗਏ, ਪਰ ਰਾਣਾ ਗੁਰਜੀਤ ਨੇ ਆਪਣਾ ਬੇਟਾ ਜਿਹੜਾ ਸੀਗਾ ਉਹ ਆਜ਼ਾਦ ਖੜਾ ਕੇ ਜਿਤਾ ਲਿਆ। ਇਸ ਚੀਜ਼ ਨੂੰ ਕਿੱਦਾਂ, ਇਹ ਵੀ ਮਾਡਲ ਸਮਝਣ ਦੀ ਕੋਸ਼ਿਸ਼ ਕੀਤੀ ਤੁਸੀਂ? ਕਹਿੰਦੇ ਵੀ ਇਹ ਕੀ ਫਾਰਮੂਲਾ ਕੀ ਵਰਤਿਆ ਉਹਨਾਂ ਨੇ? ਮੈਂ ਜ਼ਰੂਰ ਮੈਂ ਉਹਨਾਂ ਨੂੰ ਮਿਲੂੰਗਾ ਵੀ। ਪਹਿਲੋਂ ਤੇ ਇਸ ਗੱਲ ਦੀ ਸਮਝਦੇ ਹਾਂ ਕਿ ਚਲੋ ਪਾਰਟੀ ਦਾ ਜਾਬਤਾ ਇਹ ਨਹੀਂ ਹੋਣਾ ਚਾਹੀਦਾ, ਪਰ ਇੱਕ ਆਜ਼ਾਦ ਜਿੱਤਣਾ ਇਹ ਬੜੀ ਵੱਡੀ ਗੱਲ ਹੈ। ਇਹਦਾ ਮਤਲਬ ਉਹਨਾਂ ਦਾ ਲੋਕਾਂ ਦੇ ਵਿੱਚ ਬਹੁਤ ਟੱਚ ਸੀ। ਤੁਹਾਨੂੰ ਪਤਾ ਕਿ ਪਾਰਟੀ ਤੇ ਜਿੱਤਣਾ ਬੜਾ ਔਖਾ ਆ, ਤੇ ਆਜ਼ਾਦ ਜਿਤਾਉਣਾ ਉਹ ਵੀ ਇਹੋ ਜਿਹੀ ਨੇਰੀ ਦੇ ਵਿੱਚ। ਇਹ ਤੇ ਰਾਣਾ ਜੀ ਨੂੰ ਇਸ ਗੱਲ ਦਾ ਮਤਲਬ ਬਹੁਤ, ਉਹਨਾਂ ਦੇ ਬੇਟੇ ਨੂੰ ਮੈਂ ਕਹੂੰਗਾ ਕਿ ਉਹਨੇ ਬਹੁਤ ਵਧੀਆ ਤਿਆਰੀ ਕੀਤੀ, ਔਰ ਹੋ ਸਕਦਾ ਉਹਦੇ ਬਹੁਤ ਚੰਗੇ ਉਹਨੇ ਕੰਮ ਕੀਤੇ ਹੋਣ। ਆਜ਼ਾਦ ਨਹੀਂ ਕੋਈ ਲੋਕ ਵੋਟ ਪਾਉਂਦੇ, ਆਜ਼ਾਦ ਤੁਹਾਡੀ ਸ਼ਖਸੀਅਤ ਨੂੰ ਵੋਟ ਪੈਂਦੀ ਹੈ। ਸੋ ਰਾਣਾ ਜੀ ਨੂੰ ਇਸ ਗੱਲ ਦੀ ਵਧਾਈ ਵੀ ਆ, ਬਟ ਬੇਟਾ ਆਜ਼ਾਦ ਜਿੱਤਿਆ ਆ। ਸਾਨੂੰ ਤੇ ਉਸ ਗੱਲ ਉਦੋਂ ਦੁੱਖ ਸੀ ਜਦੋਂ ਰਾਣਾ ਜੀ ਨੇ ਖੜਾ ਕੀਤਾ ਵੀ ਨਹੀਂ, ਪਾਰਟੀ ਦੇ ਜਾਬਤੇ ਤੋਂ ਬਾਹਰ ਨਹੀਂ ਖੜਾ ਕਰਨਾ ਚਾਹੀਦਾ। ਪਰ ਅੱਜ ਉਹ ਜੇ ਜਿੱਤਦਾ, ਮੈਂ ਉਸ ਪੱਖ ਤੋਂ ਜ਼ਰੂਰ ਗੱਲ ਕਹੂੰਗਾ ਕਿ ਉਹਨੇ ਕੋਈ ਚੰਗੇ ਕੰਮ ਕੀਤੇ ਹੋਣਗੇ, ਲੋਕਾਂ ਆਜ਼ਾਦ ਦੀ ਹਾਮੀ ਭਰੀ ਆ। ਚੰਗੇ ਬੰਦਿਆਂ ਨੂੰ ਮੌਕਾ ਮਿਲਣਾ ਚਾਹੀਦਾ। ਠੀਕ ਹੈ, ਹੁਣ ਕਿਵੇਂ ਦੇਖਦੇ ਹੋ? ਅਖੀਰਲਾ ਸਵਾਲ ਹੈ, ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਬਣ ਗਈ ਹੈ, ਜਿਹੜੇ ਇਸ਼ੂਜ਼ ਤੁਸੀਂ ਰੇਜ਼ ਕਰਦੇ ਰਹੇ ਹੋ ਤੁਹਾਡੀ ਸਰਕਾਰ ਦੇ ਵਿੱਚ ਵੀ, ਚਲੋ ਨਸ਼ਾ ਵਿਕਦਾ ਰਿਹਾ, ਪਰ ਇਹਨਾਂ ਨੂੰ ਵੀ ਕਹੋਗੇ ਕਿ ਹੁਣ ਭਾਈ ਨਸ਼ਾ ਪੱਤਾ ਕਹਿ ਕੇ ਆਏ ਹੋ ਕਿ ਬੰਦ ਕਰਾਂਗੇ, ਚੇਨ ਜਿਹੜੀ ਤੋੜਨੀ ਹੈ ਅਸੀਂ, ਕਿ ਚੈਨ ਜਿਹੜੀ ਆ ਬ੍ਰੇਕ ਕੀਤੀ ਜਾਵੇ। ਬਿਲਕੁਲ ਸਹੁੰ ਚੱਕਣਗੇ ਸੀਐਮ ਦੀ ਜਿੱਦਣ, ਉਦਣ ਇਹਨਾਂ ਨੂੰ ਇੱਕ ਵਾਰੀ ਚੇਤਾ ਜ਼ਰੂਰ ਕਰਾਇਆ ਜਾਏਗਾ ਫੇਰ ਵੀ ਤੁਸੀਂ ਆ ਗੱਲਾਂ ਅਸੀਂ ਲੋਕਾਂ ਨਾਲ ਕੁਝ ਮੈਂ ਕਹਿ ਕੇ ਆਇਆ, ਔਰ ਮੈਂ ਚੇਤਾ ਡੀਜੀਪੀ ਨੂੰ ਕਰਾਇਆ, ਇਹਨੂੰ ਪੁਲਿਸ ਨੂੰ ਚੇਤਾ ਕਰਾ ਦਿਓ ਵੀ ਪੰਜਾਬ 'ਚ ਖਾਸ ਕਰ ਮੈਂ ਗੁਰੂ ਨਗਰੀ ਦੇ ਵਿੱਚ ਇਹ ਜਿਹੜੇ ਆ ਕੰਮ ਨੇ ਇਹ ਨਹੀਂ ਹੋਣ ਦੇਣੇ। ਦੜਾ ਸੱਟਾ ਹੋ ਗਿਆ, ਅਲਕੋਹਲ ਹੋ ਗਈ, ਚਿੱਟਾ ਹੋ ਗਿਆ। ਸਾਡੇ ਵਾਲਿਆਂ ਤੇ ਚਲੋ ਜਿਹੜੀ ਨਲਾਇਕੀ ਕੀਤੀ ਸੀ, ਸਾਨੂੰ ਤੇ ਸਜ਼ਾ ਰੱਬ ਨੇ ਦਿੱਤੀ ਹੈ, ਪਰ ਹੁਣ ਘੱਟੋ ਘੱਟ ਤੁਸੀਂ ਇਹ ਚੀਜ਼ਾਂ ਲੋਕਾਂ ਨੂੰ ਇਹ ਤੋਂ ਦੂਰ ਕਰਾਇਓ। ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਔਰ ਟ੍ਰੈਫਿਕ ਵਿਵਸਥਾ ਜਿਹੜੀ ਹੈ, ਕਿਉਂਕਿ ਇੱਥੇ ਟ੍ਰੈਫਿਕ ਦਾ ਬੜਾ ਵੱਡਾ ਮਾਫੀਆ ਆ, ਬਹੁਤ ਵੱਡਾ ਅੰਮ੍ਰਿਤਸਰ ਦੇ ਵਿੱਚ, ਉੱਤੇ ਕੰਟਰੋਲ ਕਰਨ। ਸੋ ਮੈਨੂੰ ਆਸ ਹੈ, ਕਿਉਂਕਿ ਲੋਕਾਂ ਨੇ ਜਿਸ ਆਸ ਨਾਲ ਉਹਨਾਂ ਨੂੰ ਬਣਾਇਆ ਉਹ ਇੱਥੇ ਕੰਮ ਕਰਨਗੇ, ਔਰ ਨਹੀਂ ਕਰਨਗੇ ਤਾਂ ਅਸੀਂ ਉਹਨਾਂ ਨੂੰ ਇਹਦੇ ਵਾਸਤੇ ਜ਼ਰੂਰ ਸਮੇਂ-ਸਮੇਂ ਤੇ ਚੇਤੇ ਕਰਾਉਂਦੇ ਰਵਾਂਗੇ। ਤੇ ਬਿਲਕੁਲ ਨਹੀਂ ਹੋਏਗਾ ਤੇ ਫਿਰ ਜਿਹੜੇ ਰਸਤੇ ਸਾਡੇ ਕੋਲ ਹੈਗੇ ਲੋਕਤੰਤਰ ਪ੍ਰਕਿਰਿਆ ਨਾਲ ਉਹ ਕਰਾਂਗੇ ਆਪਣਾ। ਬਹੁਤ ਬਹੁਤ ਧੰਨਵਾਦ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਸੋ ਕਾਂਗਰਸੀ MP ਗੁਰਜੀਤ ਸਿੰਘ ਔਜਲਾ ਸਾਡੇ ਨਾਲ ਮੌਜੂਦ ਸਨ। ਗੁਰਜੀਤ ਸਿੰਘ ਔਜਲਾ ਹੋਣਾ ਬਾਰੇ ਮੈਂ ਇੱਕ ਵਾਰ ਫਿਰ ਤੁਹਾਨੂੰ ਯਾਦ ਕਰਾਦਾ ਕਿ ਇੰਡੀਆ ਦੇ ਵਿੱਚੋਂ ਜੇ ਕੋਈ ਮੰਤਰੀਆਂ ਨੂੰ ਛੱਡ ਕੇ ਗਿਆ ਤਾਂ ਪਹਿਲੇ MP ਗੁਰਜੀਤ ਔਜਲਾ ਹੀ ਸੀ, ਜੋ ਕਿ ਪੋਲੈਂਡ ਜਾ ਕੇ ਆਏ, ਉੱਥੋਂ ਦੇ ਵਿਦਿਆਰਥੀਆਂ ਨੂੰ ਵੀ ਲੈ ਕੇ ਆਏ, ਔਰ ਉਸ ਦੇ ਸੰਬੰਧਿਤ ਅਸੀਂ ਗੱਲ ਤਾਂ ਨਹੀਂ ਕੀਤੀ ਕਿਉਂਕਿ ਵੀਡੀਓ ਪੋਸਟ ਕਰਕੇ ਇਹਨਾਂ ਨੇ ਪਹਿਲਾਂ ਜਾਣਕਾਰੀਆਂ ਉਸ ਦੇ ਸੰਬੰਧਿਤ ਦੇ ਦਿੱਤੀਆਂ ਸੀ। ਔਰ ਗੁਰਜੀਤ ਔਜਲਾ ਲਗਾਤਾਰ ਨਸ਼ੇ ਦੇ ਮੁੱਦੇ ਵੀ ਚੁੱਕਦੇ ਰਹੇ ਨੇ। ਕਹਿੰਦੇ ਕਿ ਗੁਰੂ ਨਗਰੀ ਦੇ ਵਿੱਚ ਨਸ਼ਾ ਵੱਡੇ ਪੱਧਰ ਤੇ ਵਿਕਦਾ ਰਿਹਾ, ਤੇ ਜਿਹੜੀ ਹਾਰ ਹੋਈ ਹੈ ਇਸ ਦੇ ਲਈ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਜ਼ਿੰਮੇਦਾਰ ਨੇ। ਸਭ ਤੋਂ ਵੱਡੀ ਜ਼ਿੰਮੇਵਾਰੀ ਨਵਜੋਤ ਸਿੰਘ ਸਿੱਧੂ ਦੀ ਹੈ, ਤੇ ਨਵਜੋਤ ਸਿੰਘ ਸਿੱਧੂ ਹੁਣਾਂ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ, ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੀਆਂ ਵੱਡੀਆਂ ਗਲਤੀਆਂ ਹੋਈਆਂ ਨੇ ਇਹਨਾਂ ਨੂੰ ਲੈ ਕੇ ਮੰਥਨ ਕਰਨਾ ਚਾਹੀਦਾ, ਤਾਂ ਕਿ 5 ਸਾਲ ਦਾ ਸਮਾਂ ਸਾਡੇ ਕੋਲ ਹੈਗਾ ਤਾਂ ਪਾਰਟੀ ਨੂੰ ਖੜੀ ਕੀਤਾ ਜਾ ਸਕੇ। ਕੈਮਰਾ ਪਰਸਨ ਅਸ਼ੋਕ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ TV, ਸ਼੍ਰੀ ਅੰਮ੍ਰਿਤਸਰ ਸਾਹਿਬ।